ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਤਾਂ ਬੱਚੇ, ਸਭ ਤੋਂ ਪਹਿਲਾਂ ਤੇ ਸੌਰੀ, ਅੱਜ ਪਾਵਰ ਕੱਟ ਹੋਣ ਦੀ ਵਜ੍ਹਾ ਦੇ ਕਰਕੇ ਸਵੇਰ ਤੋਂ ਆਪਾਂ ਵੀਡੀਓ ਆ ਜਿਹੜੀ ਪੋਸਟ ਨਹੀਂ ਕਰ ਸਕੇ। ਔਰ ਬੱਚੇ, ਆਪਣੇ ਚੈਨਲ ਦੇ ਉੱਤੇ ਆਪਾਂ ਕੁਇਜ਼ ਆ ਜਿਹੜੇ ਉਹ ਆਪਾਂ ਪੋਲ ਕਰਾ ਰਹੇ ਹਾਂ, ਤੁਸੀਂ ਉਹਨਾਂ ਦੇ ਉੱਪਰ ਵੀ ਆਨਸਰ ਜ਼ਰੂਰ ਟਰਾਈ ਕਰਿਆ ਕਰੋ। ਔਰ ਅਗਰ ਤੁਹਾਨੂੰ ਕੋਈ ਫੈਕਟ ਪਤਾ ਹੁੰਦਾ ਦੈਨ ਤੁਸੀਂ ਉਹਦਾ ਰਿਪਲਾਈ ਵੀ ਜ਼ਰੂਰ ਕਰਨਾ। ਔਰ ਆਪਾਂ ਜੋ ਸ਼ਾਰਟਸ ਦੇ ਰੂਪ ਦੇ ਵਿੱਚ ਪਾ ਰਹੇ ਹਾਂ ਉਹਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਇਨਫੋਰਮੇਸ਼ਨ ਆ ਜਿਹੜੀ ਪ੍ਰੋਵਾਈਡ ਕਰਵਾਈ ਜਾਊਗੀ। ਤਾਂ ਫੋਨ ਦੇ ਉੱਪਰ ਦੀ ਬੱਚੇ ਅੱਜ ਕੁਝ ਕੁ ਸ਼ਾਰਟਸ ਸੀ ਜਿਹੜੇ ਆਪਾਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਆ, ਬਟ ਫੋਨ ਤੇ ਪੀਸੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ, ਕਿਉਂਕਿ ਆਪਣਾ ਜਿੰਨਾ ਸੈਟਅਪ ਆ ਉਹ ਸਾਰਾ ਪੀਸੀ ਦੇ ਨਾਲ ਲੱਗਿਆ। ਸੋ ਬੱਚੇ, ਉਹਦੇ ਨਾਲ ਆਪਣੇ ਤੋਂ ਵੀਡੀਓ ਪੈਣੀ ਜਿਹੜੀ ਆ ਫੋਨ ਦੇ ਨਾਲ ਕਾਫੀ ਮੁਸ਼ਕਿਲ ਹੋ ਜਾਂਦੀ ਆ। ਓਕੇ, ਤਾਂ ਕਰਕੇ ਅੱਜ ਵੀਡੀਓ ਅਪਡੇਟ ਨਹੀਂ ਕਰ ਸਕੇ। ਤਾਂ ਹੁਣ ਲਾਈਟ ਆਈ ਆ, ਤਾਂ ਆਪਾਂ ਤੁਹਾਡੇ ਲਈ ਵੀਡੀਓ ਜਿਹੜੀ ਤਿਆਰ ਕਰ ਰਹੇ ਹਾਂ। ਤਾਂ ਬੱਚੇ ਦੇਖੋ, ਇਹਦੇ 'ਚ ਆਪਾਂ ਤੁਹਾਡੇ ਨਾਲ ਜੀਓਗ੍ਰਾਫੀ ਵੀ ਕਰਾਂਗੇ, ਪਲੱਸ ਹਿਸਟਰੀ ਦੇ ਇੰਪੋਰਟੈਂਟ ਫੈਕਟ ਹੋਣਗੇ ਉਹ ਵੀ ਕਰਾਂਗੇ, ਨਾਲ ਹੀ ਪੋਲੀਟੀਕਲ ਆ ਉਹਦੇ ਇੰਪੋਰਟੈਂਟ ਟਰਮਸ, ਔਰ ਪਲੱਸ ਇਕਨੋਮੀ। ਤਾਂ ਇਹਨਾਂ ਸਾਰਿਆਂ ਦਾ ਮਿਕਸਚਰ ਆ ਜਿਹੜੀ ਇਹ ਵਾਲੀ ਵੀਡੀਓ ਰਹਿਣ ਵਾਲੀ ਆ। ਤੁਸੀਂ ਐਂ ਕਹਿ ਸਕਦੇ ਹੋ ਵੀ ਤੁਹਾਡੀ ਇੱਕ ਓਵਰਆਲ ਰਿਵੀਜ਼ਨ ਹੋ ਜਾਣੀ ਹੈ ਇਹਦੇ ਨਾਲ, ਠੀਕ ਆ। ਤਾਂ ਦੇਖੋ ਬੱਚੇ, ਜਿਹੜੇ ਚੈਨਲ ਦੇ ਉੱਤੇ ਨਵੇਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਦੈਨ ਉਹ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਔਰ ਨਾਲ ਹੀ ਬੈਲ ਨੋਟੀਫਿਕੇਸ਼ਨ ਨੂੰ ਔਨ ਜ਼ਰੂਰ ਕਰ ਲਿਓ। ਦੇਖੋ ਬੱਚੇ, ਹੁਣ ਇਹ ਵਾਲੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਹੁਣ ਗੱਲ ਕਰਦੇ ਹਾਂ ਜੀਓਗ੍ਰਾਫੀ ਦੇ ਬਾਰੇ, ਠੀਕ ਆ। ਤਾਂ ਸਭ ਤੋਂ ਪਹਿਲਾਂ ਆਪਾਂ ਜੀਓਗ੍ਰਾਫੀ ਦੇ ਵਿੱਚ ਗੱਲ ਕਰਾਂਗੇ। ਤਾਂ ਹੁਣ ਜੀਓਗ੍ਰਾਫੀ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਵੀ ਇੰਟਰਨੈਸ਼ਨਲ ਲਾਈਨਸ ਹੁੰਦੀਆਂ ਨੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬਾਉਂਡਰੀ, ਠੀਕ ਆ। ਤਾਂ ਦੇਖੋ ਬੱਚੇ, ਜਿਹੜੀਆਂ ਇੰਪੋਰਟੈਂਟ ਜੀਆਂ ਨੇ ਮੈਂ ਤੁਹਾਨੂੰ ਉਹਨਾਂ ਦੇ ਨਾਮ ਦੱਸ ਦਿੰਦਾ। ਇੱਕ ਹੈਗੀ ਆ ਡੂਰੰਡ ਲਾਈਨ। ਹੁਣ ਡੂਰੰਡ ਲਾਈਨ ਤੁਹਾਨੂੰ ਆ ਸਕਦਾ ਮੈਚ ਦੇ ਕਾਲਮ ਦੇ ਵਿੱਚ ਵੀ ਆ ਸਕਦੀ ਆ। ਤਾਂ ਇਹ ਕਿਹਦੇ ਵਿਚਾਲੇ ਆ? ਇਹ ਹੈਗੀ ਆ ਪਾਕਿਸਤਾਨ ਐਂਡ ਅਫਗਾਨਿਸਤਾਨ। ਤਾਂ ਦੋਨਾਂ ਦੇ ਵਿਚਾਲੇ ਆ। ਤਾਂ ਇਹ ਮਤਲਬ 1886 ਦੇ ਵਿੱਚ ਜਿਹੜੀ ਇਹ ਖਿਚਵਾਈ ਗਈ ਸੀ, ਮਤਲਬ ਡੁਰੰਡ ਦੁਆਰਾ, ਯਾਨੀ ਕਿ ਮਾਰਟਿਮਰ ਡੁਰੰਡ ਸੀ ਉਹਦਾ ਨਾਮ। ਤੁਸੀਂ ਬਸ ਡੁਰੰਡ ਯਾਦ ਰੱਖਣਾ, ਡੁਰੰਡ ਇਹਦੇ ਨਾਮ ਇਹਨੇ ਖਿਚਵਾਈ ਸੀ। ਤਾਂ ਇਹਦੇ ਨਾਮ ਦੇ ਉੱਤੇ ਹੀ ਇਹਦਾ ਨਾਮ ਸੀਗਾ, ਜਿਹੜਾ ਇਹ ਆਪਣੀ ਇੱਕ ਪਹਿਲੀ ਇੰਪੋਰਟੈਂਟ ਰੇਖਾ ਗਈ। ਇਸ ਤੋਂ ਬਾਅਦ ਇੱਕ ਲਾਈਨ ਦਾ ਨਾਮ ਬੱਚੇ ਰੈੱਡ ਕਲਿਫ। ਤਾਂ ਰੈੱਡ ਕਲਿਫ ਲਾਈਨ ਤੁਸੀਂ ਸਭ ਨੇ ਸੁਣੀ ਹੋਊਗੀ। ਇਹ ਹੈਗੀ ਆਪਣੀ ਭਾਰਤ, ਇੰਡੀਆ ਐਂਡ ਪਾਕਿਸਤਾਨ ਦੇ ਵਿਚਾਲੇ। ਤਾਂ ਬੱਚੇ, ਇਹ ਖਿੱਚੀ ਗਈ ਸੀ 1947 ਦੇ ਵਿੱਚ, ਠੀਕ ਆ। ਔਰ ਇਹਨੂੰ ਕਿਹਦੇ ਦੁਆਰਾ ਖਿਚਾਇਆ ਗਿਆ ਸੀ? ਉਹਦਾ ਨਾਮ ਸੀ ਸਾਇਰਲ ਜਾਂ ਸੀਰੀਅਲ ਰੈੱਡ ਕਲਿਫ, ਠੀਕ ਆ। ਵੈਸੇ ਤਾਂ ਸਾਇਰਲ ਆ ਉਹਦਾ ਨਾਮ, ਤੇ ਰੈੱਡ ਕਲਿਫ ਤੁਸੀਂ ਬਸ ਯਾਦ ਰੱਖ ਸਕਦੇ ਹੋ ਵੀ ਰੈੱਡ ਕਲਿਫ ਬੰਦਾ ਸੀ ਜਿਹਨੇ ਇਹ ਵਾਲੀ ਲਾਈਨ ਆ ਜਿਹੜੀ ਖਿਚਵਾਈ ਸੀ ਇੰਡੀਆ ਅਤੇ ਪਾਕਿਸਤਾਨ ਦੇ ਵਿਚਾਲੇ। ਥੋੜ੍ਹੀ ਜਿਹੀ ਇੰਪੋਰਟੈਂਟ ਆ ਬੱਚੇ, ਸੋ ਇਹਨੂੰ ਧਿਆਨ ਦੇ ਨਾਲ ਕਰਨਾ ਤੁਸੀਂ। ਕਿਹੜੀ ਲਾਈਨ ਆ ਜਿਹੜੀ ਰੈੱਡ ਕਲਿਫ ਆ? ਉਹ ਤਾਂ ਵੈਸੇ ਪਾਕਿਸਤਾਨ ਤੇ ਅਫਗਾਨ ਦੀ ਆ, ਅਤੇ ਆਹ ਰੈੱਡ ਕਲਿਫ ਆ ਜਿਹੜੀ ਇਹ ਆਪਣੀ ਇੰਡੀਆ ਦੀ ਆ, ਠੀਕ ਆ। ਇਸ ਤੋਂ ਬਾਅਦ ਬੱਚੇ ਦੇਖੋ, ਇੱਕ ਦੋ ਆਪਾਂ ਹੋਰ ਇੰਪੋਰਟੈਂਟ ਨੇ ਜਿਹੜੀਆਂ ਉਹਨਾਂ ਦੀ ਗੱਲ ਕਰ ਲੈਂਦੇ ਹਾਂ। ਇੱਕ ਹੈਗੀ ਆ ਮੈਕਮੋਹਨ ਲਾਈਨ ਆ ਜਿਹੜੀ, ਇਹ ਹੈਗੀ ਆ ਇੰਡੀਆ ਦੀ ਕਿਹਦੇ ਨਾਲ? ਚੀਨ ਦੇ ਨਾਲ। ਇੰਡੀਆ ਐਂਡ ਚਾਈਨਾ ਦੇ ਵਿਚਾਲੇ ਆ ਇਹ। ਤਾਂ ਔਰ ਇਹ ਬੱਚੇ ਹੈਗੀ ਆ 1120 ਕਿਲੋਮੀਟਰ ਲੰਬੀ ਆ। ਇਹ ਖਿਚਵਾਈ ਸੀ ਸਰ ਹੈਨਰੀ ਮੈਕਮੋਹਨ ਦੁਆਰਾ, ਠੀਕ ਆ। ਪਰ ਚੀਨ ਇਹਨੂੰ ਨਹੀਂ ਮੰਨਦਾ ਹੈਗਾ, ਉਹ ਗੱਲ ਅਲੱਗ ਆ। ਤਾਂ ਬਸ ਤੁਸੀਂ ਇਹ ਲਾਈਨਾਂ ਦੇ ਨਾਮ ਯਾਦ ਰੱਖਣੇ ਆ। ਮੈਕਮੋਹਨ ਸਾਡੀ ਚੀਨ ਦੇ ਨਾਲ ਆ, ਡੂਰੰਡ ਲਾਈਨ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਆ, ਔਰ ਰੈੱਡ ਕਲਿਫ ਆ ਜਿਹੜੀ ਉਹ ਸਾਡੀ ਪਾਕਿਸਤਾਨ ਦੇ ਨਾਲ ਆ, ਠੀਕ ਆ। ਹੋਰ ਇਸ ਤੋਂ ਬਾਅਦ ਬੱਚੇ ਕਾਫੀ ਨੇ ਜਿਹੜੀਆਂ ਕਿ ਪੈਰਲਲ ਲਾਈਨਸ ਚੱਲਦੀਆਂ ਨੇ ਰੇਖਾ, ਠੀਕ ਆ। ਜਿਵੇਂ ਕਿ 38ਵੀਂ ਹੋ ਗਈ, 38 ਹੋ ਗਈ, 49 ਹੋ ਗਈ, ਠੀਕ ਆ। ਤਾਂ ਇਹ ਨੇ ਜਿਹੜੀਆਂ ਕਾਫੀ ਇੰਪੋਰਟੈਂਟ ਆ। ਤਾਂ ਇਹਦੇ 'ਚੋਂ 49 ਆ ਜਿਹੜੀ ਉਹ ਮਤਲਬ ਕਾਫੀ ਇੰਪੋਰਟੈਂਟ ਆ, ਇੱਕ ਉਹਨੂੰ ਵੀ ਧਿਆਨ 'ਚ ਰੱਖਿਓ। 49th ਨੰਬਰ ਜਿਹੜੀ ਸਮਾਨਾਂਤਰ ਰੇਖਾ ਗਈ, ਇਹ ਕਿਹਦੇ ਵਿਚਾਲੇ ਆ? ਇਹ ਕੈਨੇਡਾ ਐਂਡ USA। ਕੈਨੇਡਾ ਅਤੇ USA ਦੇ ਵਿਚਾਲੇ ਇਹ ਵਾਲੀ ਲਾਈਨ ਆ ਜਿਹੜੀ ਹੈਗੀ ਆ। ਕੈਨੇਡਾ ਅਤੇ ਅਮਰੀਕਾ ਨੂੰ ਯਾਨੀ ਕਿ ਦੋ ਭਾਗਾਂ ਦੇ ਵਿੱਚ ਇਹ ਵਾਲੀ ਵੰਡ ਦਿੰਦੀ ਆ। ਇਸ ਤੋਂ ਬਾਅਦ ਇੱਕ ਹੈਗੀ ਆ ਹਿੰਡਨਬਰਗ। ਜਿਹੜੀ ਹਿੰਡਨਬਰਗ ਰੇਖਾ ਹੈਗੀ ਬੱਚੇ, ਇਹ ਹੈਗੀ ਆ ਜਰਮਨੀ ਅਤੇ ਪੋਲੈਂਡ ਦੇ ਵਿਚਾਲੇ, ਓਕੇ। ਬਾਕੀ ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ, ਜਰਮਨੀ ਦੀ ਸੈਨਾ ਬੱਚੇ ਇੱਥੋਂ ਹੀ ਵਾਪਸ ਆ ਜਿਹੜੀ ਉਹ ਗਈ ਸੀ। ਤਾਂ ਇਹ ਸੀਗੇ ਤੁਹਾਡੀਆਂ ਇੰਪੋਰਟੈਂਟ ਲਾਈਨਸ ਨੂੰ ਲੈ ਕੇ ਬੱਚੇ ਕੁਝ ਕੁ ਫੈਕਟ ਸੀਗੇ। ਆਈ ਥਿੰਕ ਤੁਹਾਨੂੰ ਇਹ ਵਾਲੇ ਪੁਆਇੰਟ ਕਲੀਅਰ ਹੋ ਗਏ ਹੋਣਗੇ। ਬਾਕੀ ਜਿਓਗ੍ਰਾਫੀ ਦੇ ਜਿਹੜੇ ਹੋਰ ਅੱਜ ਆਪਣੇ ਟੌਪਿਕ ਹੋਣਗੇ ਇੰਪੋਰਟੈਂਟ, ਮੈਂ ਤੁਹਾਨੂੰ ਉਹ ਬਾਅਦ ਦੇ ਵਿੱਚ ਦੱਸ ਦੂੰਗਾ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਪੋਲਿਟੀ ਦੇ ਵਿੱਚ ਕੁਛ ਕੁ ਅਮੈਂਡਮੈਂਟਸ ਦੀ। ਤਾਂ ਉਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਇੰਪੋਰਟੈਂਟ ਅਮੈਂਡਮੈਂਟਸ, ਯਾਨੀ ਕਿ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸੋਧਾਂ। ਅਮੈਂਡਮੈਂਟਸ ਕਿਹੜੇ ਆਰਟੀਕਲ ਦੇ ਨਾਲ ਹੁੰਦੀਆਂ ਨੇ? 368 ਨੰਬਰ ਆਰਟੀਕਲ ਆ ਜਿਹੜਾ ਕੌਂਸਟੀਟਿਊਸ਼ਨ ਦਾ, ਇਹਦੇ ਦੁਆਰਾ ਕੀਤੀ ਜਾਂਦੀ ਆ ਅਮੈਂਡਮੈਂਟ, ਠੀਕ ਆ।
ਤਾਂ ਹੁਣ ਦੇਖੋ ਬੱਚੇ, ਸਾਰਿਆਂ ਨੂੰ ਪਹਿਲਾਂ ਜਿਹੜੀ ਪਹਿਲੀ ਅਮੈਂਡਮੈਂਟ ਹੋਈ ਸੀ ਫਸਟ, ਉਹ 1950 ਦੇ ਵਿੱਚ 50-52 ਦੇ ਵਿੱਚ ਕਰਤੀ ਸੀ। ਉਹ ਸੀਗੀ ਲੈਂਡ ਰਿਫੋਰਮਸ ਵਾਲੀ, ਠੀਕ ਆ, ਲੈਂਡ ਰਿਫੋਰਮਸ ਦੇ ਬਾਰੇ ਸੀਗੀ। ਇਸ ਤੋਂ ਬਾਅਦ 1900 ਜਿਹੜਾ ਆਪਣਾ ਕਹਿੰਦੇ ਸੀ ਨਾ ਪਹਿਲਾਂ, ਮਤਲਬ ਕਿ ਆਪਾਂ ਉਹਨੂੰ ਸਿੱਕਮ ਨੂੰ ਅਲੱਗ ਕੀਤਾ ਸੀਗਾ ਬੱਚੇ, ਉਹ ਕੀਤਾ ਸੀ 1974 ਦੇ ਵਿੱਚ ਇੱਕ ਅਮੈਂਡਮੈਂਟ ਪਾਸ ਕੀਤੀ ਗਈ ਸੀ 35ਵੀਂ। ਪਰ ਇਸ ਤੋਂ ਬਾਅਦ 37ਵੀਂ ਅਮੈਂਡਮੈਂਟ ਹੋਈ ਜਦੋਂ 1975 ਦੇ ਵਿੱਚ ਉਹਨੂੰ ਮਰਜ ਕਰ ਲਿਆ ਗਿਆ ਸੀ। ਇਹ ਕਿਹਦੇ ਨਾਲ ਰਿਲੇਟਡ ਆ? ਇਹ ਹੈਗੀ ਆ ਸਿੱਕਮ ਨੂੰ ਮਰਜ ਕਰਨ ਨੂੰ ਲੈ ਕੇ, ਠੀਕ ਆ। ਤਾਂ ਇਹ 37ਵੀਂ ਨਾਲ ਪੂਰਾ ਦਰਜਾ ਦਿੱਤਾ ਸੀ। ਇਹ ਅਮੈਂਡਮੈਂਟ ਨਾਲ ਕਿਹਾ ਸੀਗਾ ਇਹਨਾਂ ਨੇ ਵੀ ਮਤਲਬ ਕਿ ਉਹਨੂੰ ਦਰਜਾ ਦੇਣਾ ਸੀ। ਇਸ ਤੋਂ ਬਾਅਦ ਬੱਚੇ ਇੱਕ ਅਮੈਂਡਮੈਂਟ ਨੂੰ ਅਸੀਂ ਜਾਣਦੇ ਹਾਂ ਮਿਨੀ ਕੌਂਸਟੀਟਿਊਸ਼ਨ ਦੇ ਨਾਮ ਨਾਲ। ਇੱਕ ਮਿੰਟ ਬੱਚੇ, ਕੀ ਚੱਕਰ ਪੈ ਗਿਆ ਨੂੰ, ਚਲੋ ਦੇਖੋ ਬੱਚੇ, ਇੱਕ ਸੋਧ ਹੈਗੀ ਆ 42ਵੀਂ। ਇਹ ਮਤਲਬ ਕਿ ਬਹੁਤ ਹੀ ਇੰਪੋਰਟੈਂਟ ਕੌਂਸਟੀਟਿਊਸ਼ਨਲ ਅਮੈਂਡਮੈਂਟ ਮੰਨੀ ਜਾਂਦੀ ਆ। ਇਹ 1976 ਦੇ ਵਿੱਚ ਹੋਈ ਸੀ, ਠੀਕ ਆ। ਤਾਂ ਇਹਦੇ 'ਚ ਕਾਫੀ ਚੀਜ਼ਾਂ ਸੀਗੀਆਂ ਜਿਹੜੀਆਂ ਕੀਤੀਆਂ ਗਈਆਂ, ਔਰ ਇਸੇ ਨੂੰ ਕਿਹਾ ਜਾਂਦਾ ਮਿਨੀ ਕੌਂਸਟੀਟਿਊਸ਼ਨ। ਤੁਹਾਨੂੰ ਆ ਤਾਂ ਸਿੱਧਾ ਸਿੱਧਾ ਫੈਕਟ ਆ ਸਕਦਾ ਵੀ ਮਿਨੀ ਕੌਂਸਟੀਟਿਊਸ਼ਨ ਕਿਹਨੂੰ ਕਿਹਾ ਜਾਂਦਾ? 42ਵੀਂ ਸੋਧ ਨੂੰ। ਕਿਉਂ ਕਿਹਾ ਜਾਂਦਾ? ਕਿਉਂਕਿ ਬਹੁਤ ਜ਼ਿਆਦਾ ਸੀਗੇ ਜਿਹੜੇ ਅਮੈਂਡਮੈਂਟਸ ਇਹਦੇ 'ਚ ਕੀਤੀਆਂ ਗਈਆਂ ਸੀ, ਠੀਕ ਆ। ਬਾਕੀ ਫੰਡਾਮੈਂਟਲ ਡਿਊਟੀਜ਼ ਨੇ, ਔਰ ਸਮਾਜਵਾਦੀ ਧਰਮ ਨਿਰਪੇਖ ਰਾਸ਼ਟਰ, ਤਾਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਬਾਅਦ ਦੇ ਵਿੱਚ ਜੋੜਦੀਆਂ ਗਈਆਂ ਸੀ। ਫਿਰ ਇਸ ਤੋਂ ਬਾਅਦ ਅਗਲੀ ਇਹਦੇ ਬਾਅਦ ਹੁੰਦੀ ਹੈ ਇੱਕ 44ਵੀਂ ਅਮੈਂਡਮੈਂਟ, ਜਿਹੜੀ ਇੰਪੋਰਟੈਂਟ ਆ। 44ਵੀਂ ਹੋਈ 1978 ਦੇ ਵਿੱਚ। ਤਾਂ ਇਹਦੇ ਨਾਲ ਇੰਪੋਰਟੈਂਟ ਕੀ ਕਰਿਆ ਸੀ? ਕੁਛ ਤਾਂ ਇਹਦੇ ਆਰਟੀਕਲ ਸੀ ਜਿਹੜੇ ਉਹ ਚੇਂਜ ਕਰਤੇ। ਬਾਕੀ ਇੱਥੇ ਸੀਗਾ ਜਿਹੜਾ ਸੰਪत्ति ਦਾ ਅਧਿਕਾਰ, ਰਾਈਟ ਟੂ ਪ੍ਰੋਪਰਟੀ, ਇਹਨੂੰ ਫੰਡਾਮੈਂਟਲ ਚੋਂ ਕੱਢ ਕੇ ਇੱਕ ਲੀਗਲ ਰਾਈਟ ਦੇ ਵਿੱਚ ਪਾਤਾ ਸੀਗਾ, ਓਕੇ। ਫਿਰ ਬੱਚੇ ਇੱਕ ਜਿਹੜਾ ਤੁਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਪੜ੍ਹਦੇ ਹੋ ਔਰ ਵੋਟ ਪਾਉਣ ਦਾ ਅਧਿਕਾਰ ਪੜ੍ਹਦੇ ਹੋ, ਉਹ ਹੋਈ ਸੀ 61ਵੀਂ ਅਮੈਂਡਮੈਂਟ ਹੋਈ ਸੀ 1989 ਦੇ ਵਿੱਚ। ਇਹਦੇ 'ਚ ਉਮਰ ਘਟਾ ਕੇ 21 ਸਾਲ ਤੋਂ 18 ਸਾਲ ਤੱਕ ਕਰਤੀ ਸੀ। ਹੋਰ ਇਹਦੇ 'ਚ ਕੀ ਹੋਇਆ ਸੀ? ਫਿਰ ਇਸ ਤੋਂ ਬਾਅਦ ਇਹ ਕਹਿੰਦੇ ਵੀ ਵੋਟ ਪਾਉਣ ਵਾਲਿਆਂ ਦੀ ਗਿਣਤੀ ਹੁਣ ਵੱਧ ਜੂਗੀ, ਉਹਨਾਂ ਦੇ ਲੋਡ ਵੱਧ ਜੂਗਾ, ਤਾਂ 2 ਇਲੈਕਸ਼ਨ ਕਮਿਸ਼ਨਰ ਨੇ ਜਿਹੜੇ ਰਾਸ਼ਟਰਪਤੀ ਹੋਰ ਅਪੋਇੰਟ ਕਰ ਸਕਦਾ। ਬਟ ਹੁਣ ਕਰੰਟਲੀ ਆਪਣੇ 3 ਨੇ, ਜ਼ਿਆਦਾ ਵੀ ਕੀਤੇ ਜਾ ਸਕਦੇ ਆ ਜੇ ਰਾਸ਼ਟਰਪਤੀ ਨੂੰ ਲੱਗੇ। ਇਸ ਤੋਂ ਬਾਅਦ 101ਵੀਂ ਅਮੈਂਡਮੈਂਟ ਨਾਲ ਲਿਆਂਦਾ ਗਿਆ ਸੀ GST ਆਪਣੇ। ਮੈਂ GST ਤੁਹਾਨੂੰ ਪਹਿਲਾਂ ਇਕਨੋਮੀ ਵਾਲੀ ਵੀਡੀਓ ਦੇ ਵਿੱਚ ਕਰਵਾ ਚੁੱਕਿਆ, ਉਹਦੇ 'ਚ ਤੁਸੀਂ ਇਹਨੂੰ ਦੇਖ ਸਕਦੇ ਹੋ, ਠੀਕ ਆ। ਤਾਂ ਇਸ ਤੋਂ ਬਾਅਦ ਬੱਚੇ ਇੱਕ ਅਮੈਂਡਮੈਂਟ ਕਰ ਸਕਦੇ ਹੋ ਤੁਸੀਂ, ਚਲੋ ਫਿਲਹਾਲ ਦੀ ਘੜੀ ਤੁਸੀਂ ਬਸ ਇੰਨੀਆਂ ਨੂੰ ਬੱਚੇ ਯਾਦ ਰੱਖੋ ਪਹਿਲਾਂ, ਠੀਕ ਆ। ਇਸ ਤੋਂ ਬਾਅਦ ਹੁਣ ਆਪਾਂ ਕੁਝ ਕੁ ਫੈਕਟ ਨੇ ਜਿਹੜੇ ਹਿਸਟਰੀ ਦੇ ਕਰ ਲੈਂਦੇ ਹਾਂ, ਠੀਕ ਆ। ਦੇਖੋ ਬੱਚੇ, ਪਹਿਲਾਂ ਆਪਾਂ ਗੱਲ ਕਰਦੇ ਹਾਂ ਬੰਗਾਲ ਵੰਡ ਕਿਹਦੇ ਸਮੇਂ ਹੋਈ ਸੀ? ਲਾਰਡ ਕਰਜ਼ਨ ਦੇ ਸਮੇਂ 1905 ਦੇ ਵਿੱਚ ਹੋਈ ਸੀ। ਫਿਰ ਇਸ ਤੋਂ ਬਾਅਦ 1906 ਦੇ ਵਿੱਚ ਅਗਲੇ ਸਾਲ ਕੀ ਹੋ ਗਿਆ? ਮੁਸਲਿਮ ਲੀਗ ਦੀ ਸਥਾਪਨਾ ਹੋ ਗਈ। ਮੁਸਲਿਮ ਲੀਗ ਦੀ ਸਥਾਪਨਾ ਹੋ ਗਈ। ਤਾਂ ਇਹਦੀ ਸਥਾਪਨਾ ਕਰਨ ਵਾਲੇ ਕਿਹੜੇ ਕਿਹੜੇ ਬੰਦੇ ਸੀਗੇ, ਉਹਨਾਂ ਦੇ ਤੁਸੀਂ ਨਾਮ ਦੱਸਣੇ ਆ, ਠੀਕ ਆ। ਔਰ ਇਸ ਤੋਂ ਬਾਅਦ 1907 ਦੇ ਵਿੱਚ ਕੀ ਹੋਇਆ? ਇੱਥੇ ਬੱਚੇ ਮਤਲਬ ਇਹ ਸੂਰਤ ਸੈਸ਼ਨ ਹੋਇਆ ਸੀਗਾ ਇੱਥੇ। 1907 ਦੇ ਵਿੱਚ ਕੀ ਹੋਇਆ? ਇੱਕ ਸੂਰਤ ਸੈਸ਼ਨ ਹੋਇਆ ਜਦੋਂ ਜਿਹੜੀ ਕਾਂਗਰਸ ਸੀਗੀ ਉਹ 2 ਭਾਗਾਂ ਦੇ ਵਿੱਚ ਵੰਡੀ ਗਈ, ਇੱਕ ਗਰਮ ਦਲ ਔਰ ਦੂਸਰੇ ਸੀਗੇ ਨਰਮ ਦਲ ਵਾਲੇ। ਤਾਂ 1907 ਦੇ ਵਿੱਚ ਇਹ ਵਾਲਾ ਕੰਮ ਹੋਇਆ ਸੀਗਾ, ਠੀਕ ਆ। ਫਿਰ ਇਸ ਤੋਂ ਬਾਅਦ ਬੱਚੇ ਜਦੋਂ ਮਤਲਬ ਮੁਸਲਿਮ ਲੀਗ ਸੀ ਇਹ ਅਲੱਗ ਇਲੈਕਟੋਰੇਟ ਆਪਦਾ ਮੰਗ ਕਰ ਰਹੀ ਸੀ, ਤਾਂ 1909 ਦੇ ਵਿੱਚ ਇੱਕ ਰਿਫਾਰਮ ਆਏ ਜਿਨ੍ਹਾਂ ਨੂੰ ਕਿਹਾ ਜਾਂਦਾ ਮਾਰਲੇ ਮਿੰਟੋ ਰਿਫਾਰਮਸ। ਤਾਂ ਇਹ 1909 ਦੇ ਵਿੱਚ ਆਏ ਸੀ। ਇਸ ਤੋਂ ਬਾਅਦ ਬੱਚੇ 1911 ਦੇ ਵਿੱਚ ਕੀ ਹੁੰਦਾ? ਜਦੋਂ ਆਪਣੇ ਜਾਰਜ ਪੰਜਵਾਂ ਆਉਂਦਾ, ਜਾਰਜ ਪੰਜਵਾਂ ਔਰ ਇਹਦੀ ਰਾਣੀ ਆਉਂਦੀ ਆ, ਤਾਂ ਉਦੋਂ ਲਗਾਇਆ ਗਿਆ ਸੀ ਦਿੱਲੀ ਦਰਬਾਰ। ਦਿੱਲੀ ਦਰਬਾਰ ਕਿਹੜੇ ਨੰਬਰ ਦਾ ਸੀ? ਤੀਸਰੇ ਨੰਬਰ ਦਾ, ਠੀਕ ਆ। ਤਾਂ 1911 ਦੇ ਵਿੱਚ ਦਿੱਲੀ ਦਰਬਾਰ ਲੱਗਿਆ ਸੀ ਤੀਸਰਾ। ਔਰ ਇਹਦੇ ਨਾਲ ਹੀ ਇੱਥੇ ਕੀ ਹੋਇਆ ਸੀ? ਨਾਲੇ ਤਾਂ ਬੰਗਾਲ ਵੰਡ ਰੱਦ ਕਰਤੀ, ਬੰਗਾਲ ਵੰਡ ਰੱਦ ਕਰਤੀ, ਔਰ ਕੈਪੀਟਲ ਆ ਜਿਹੜੀ ਉਹ ਚੇਂਜ ਕਰਕੇ ਦਿੱਲੀ ਲੈ ਆਂਦੀ, ਸ਼ਿਫਟ ਕਰਤੀ ਸੀ। ਤਾਂ ਇਹ ਕਿਹਨੇ ਕਿਹਾ ਸੀ? ਜਾਰਜ ਪੰਜਵਾਂ ਇੱਥੇ ਕਹਿ ਗਿਆ ਸੀਗਾ ਜਦੋਂ ਦਿੱਲੀ ਦਰਬਾਰ ਤੀਸਰਾ ਲੱਗਿਆ ਸੀ, ਓਕੇ। ਇਸ ਤੋਂ ਬਾਅਦ ਦੇਖੋ ਬੱਚੇ 1916
1914 ਤੋਂ ਲੈ ਕੇ 18 ਤੱਕ ਚੱਲਦਾ ਫਸਟ ਵਰਲਡ ਵਾਰ। ਠੀਕ ਹੈ, ਪਹਿਲਾ ਵਿਸ਼ਵ ਯੁੱਧ ਲੱਗਦਾ 1914 ਤੋਂ ਲੈ ਕੇ 18 ਤੱਕ। ਦੂਸਰਾ ਕਦੋਂ ਲੱਗਦਾ ਫਿਰ? ਉਹ 1939 ਤੋਂ ਲੈ ਕੇ 45 ਤੱਕ, ਯਾਨੀ ਕਿ 6 ਸਾਲ ਚੱਲਿਆ ਸੀ ਜਿਹੜਾ ਇਹ ਵਾਲਾ, ਇਸ ਤੋਂ ਬਾਅਦ ਹੋਇਆ ਸੀਗਾ। ਠੀਕ ਆ, ਤਾਂ 1916 ਦੇ ਵਿੱਚ ਹੋਮ ਰੂਲ ਲੀਗ ਦਾ ਨਿਰਮਾਣ ਕੀਤਾ ਗਿਆ। 1916 ਦੇ ਵਿੱਚ ਫਾਰਮੇਸ਼ਨ ਕਿਹਦੀ ਹੁੰਦੀ ਆ? ਹੋਮ ਰੂਲ, ਜਿਹੜਾ ਸੀਗਾ ਆਪਣਾ ਹੋਮ ਰੂਲ ਅੰਦੋਲਨ ਸੀਗਾ, ਇਹਦੀ ਇਸ ਤੋਂ ਬਾਅਦ ਕੀ ਕੀਤੀ ਗਈ? ਇੱਥੇ ਹੋਮ ਰੂਲ ਲੀਗ ਸੀਗੀ ਜਿਹੜੀ, ਇਹਦੀ ਫਾਊਂਡੇਸ਼ਨ ਜਾਂ ਫਾਰਮੇਸ਼ਨ ਕੀਤਾ ਗਿਆ ਸੀ 1916 ਦੇ ਵਿੱਚ। ਬੱਚੇ ਹੁਣ ਮੈਂ ਬਾਕੀ ਫੈਕਟ ਨਹੀਂ ਕਰਵਾ ਰਿਹਾ, ਮੈਂ ਤਾਂ ਤੁਹਾਨੂੰ ਇੱਕ ਬਸ ਜਿਹੜੇ ਪਿੰਨ ਪੁਆਇੰਟ ਜਿਹਨੇ ਉਹ ਦੱਸ ਰਿਹਾ। ਇਸ ਤੋਂ ਬਾਅਦ ਜਿਹੜੀ ਚੀਜ਼ ਦੱਸਣ ਵਾਲੀ ਹੋਈ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਹ ਸਾਰੇ ਫੈਕਟ ਕਵਰ ਕਰਵਾ ਦੂੰਗਾ, ਜਿਹੜੀ ਆਪਾਂ ਸਪੈਸ਼ਲੀ ਇੱਕ ਤਾਂ ਇੱਕ ਓਵਰਆਲ ਤੁਹਾਨੂੰ ਓਵਰਵਿਊ ਦੇ ਰਿਹਾ ਮੈਂ। ਠੀਕ ਆ, ਤਾਂ 1916 ਦੇ ਵਿੱਚ ਇੱਕ ਹੋਰ ਚੀਜ਼ ਇੰਪੋਰਟੈਂਟ ਹੋਈ ਸੀ ਬੱਚੇ, ਇਹਦੇ 'ਚ ਕੀ ਹੋਇਆ ਸੀਗਾ? ਲਖਨਊ ਪੈਕਟ ਕਹਿੰਦੇ ਆ ਜਿਹਨੂੰ ਆਪਾਂ। ਪੈਕਟ ਦਾ ਮਤਲਬ ਹੁੰਦਾ ਕੋਈ ਸੰਧੀ ਹੋਣੀ ਜਾਂ ਕੋਈ ਸਮਝੌਤਾ ਹੋਣਾ। ਇੱਥੇ ਕਾਂਗਰਸ, ਠੀਕ ਆ, ਇੱਥੇ ਕਾਂਗਰਸ ਦੇ ਵਿੱਚ ਸਮਝੌਤਾ ਹੋ ਗਿਆ ਕਿਹਦੇ ਨਾਲ? ਮੁਸਲਿਮ ਲੀਗ ਦੇ ਨਾਲ। ਕਾਂਗਰਸ ਤੇ ਮੁਸਲਿਮ ਲੀਗ ਦਾ ਸਮਝੌਤਾ ਹੋ ਗਿਆ ਸੀ। ਡਨ। ਫਿਰ ਇਸ ਤੋਂ ਬਾਅਦ ਬੱਚੇ ਦੇਖੋ 1917 ਦੇ ਵਿੱਚ ਚਲਾਇਆ ਗਿਆ ਮਹਾਤਮਾ ਗਾਂਧੀ ਜੀ ਦੁਆਰਾ, ਮਹਾਤਮਾ ਗਾਂਧੀ ਜੀ ਦੁਆਰਾ ਚੰਪਾਰਣ ਅੰਦੋਲਨ ਜਾਂ ਸੱਤਿਆਗ੍ਰਹਿ। ਠੀਕ ਹੈ, ਚੰਪਾਰਣ ਸੱਤਿਆਗ੍ਰਹਿ ਕਦੋਂ ਚਲਾਇਆ ਗਿਆ ਸੀ? 1917 ਦੇ ਵਿੱਚ। ਇਸ ਤੋਂ ਬਾਅਦ ਬੱਚੇ ਆਪਣੇ ਰੋਲਟ ਐਕਟ ਆਇਆ ਸੀ 1919 ਦੇ ਵਿੱਚ ਹੀ ਜਲਿਆਂਵਾਲਾ ਬਾਗ ਹੱਤਿਆਕਾਂਡ ਹੋਇਆ ਸੀ, ਔਰ ਮਾਂਟੇਗਿਊ ਚੇਮਸਫੋਰਡ ਰਿਫਾਰਮ ਵੀ ਆਈ ਸੀ। ਔਰ ਜਿਹੜਾ ਗਾਂਧੀ ਜੀ ਦਾ ਖਿਲਾਫਤ ਮੂਵਮੈਂਟ ਸੀਗਾ, ਠੀਕ ਆ, ਇਹ 1920 ਦੇ ਵਿੱਚ ਸੀਗਾ ਖਿਲਾਫਤ ਮੂਵਮੈਂਟ। ਬੱਚੇ ਇਹ ਮੈਂ ਤੁਹਾਨੂੰ ਕਰਵਾਇਆ ਵਾ, ਖਿਲਾਫਤ ਮੂਵਮੈਂਟ ਦੇ ਬਾਰੇ ਪ੍ਰੋਪਰਲੀ ਕਰਵਾਇਆ ਵਾ, ਵੀਡੀਓ ਆਪਣੀ ਤੁਸੀਂ ਦੇਖ ਸਕਦੇ ਹੋ। ਤਾਂ ਬੱਚੇ ਦੇਖੋ ਇਸ ਤੋਂ ਬਾਅਦ ਖਿਲਾਫਤ, ਇਸ ਤੋਂ ਬਾਅਦ ਹੀ ਆਇਆ ਸੀਗਾ ਨੌਨ ਕੋਆਪਰੇਸ਼ਨ। 1920 ਦੇ ਵਿੱਚ ਹੀ ਸੀ ਨੌਨ ਕੋਆਪਰੇਸ਼ਨ ਮੂਵਮੈਂਟ। ਤਾਂ ਇਹ ਤਿੰਨੇ ਚਾਰੇ ਚੀਜ਼ਾਂ ਹੋਈਆਂ ਨੇ ਜਿਹੜੀਆਂ 1920 ਦੇ ਵਿੱਚ ਹੋਈਆਂ ਸੀਗੀਆਂ। ਇਸ ਤੋਂ ਬਾਅਦ ਚੌਰੀ ਚੌਰਾ ਕਾਂਡ। ਠੀਕ ਆ, ਚੌਰੀ ਚੌਰਾ ਕਾਂਡ ਹੁੰਦਾ, ਇਹਦੇ ਬਾਰੇ ਵੀ ਬੱਚੇ ਮੈਂ ਤੁਹਾਨੂੰ ਆਲਰੇਡੀ ਚੈਨਲ ਦੇ ਉੱਤੇ ਆਪਣੇ ਕਰਵਾਇਆ ਜਾ ਚੁੱਕਿਆ ਤੁਹਾਨੂੰ। ਬਾਕੀ 1927 ਦੇ ਵਿੱਚ ਸਾਈਮਨ ਕਮਿਸ਼ਨ ਦੀ ਨਿਯੁਕਤੀ ਹੋ ਗਈ ਸੀ, ਅਤੇ ਇਹ ਜਦੋਂ ਆਇਆ ਸੀ ਇੱਥੇ, ਇਸ ਤੋਂ ਬਾਅਦ ਇਹਦੇ ਨਾਅਰੇ ਲੱਗੇ ਸੀ ਸਾਈਮਨ ਗੋ ਬੈਕ। ਇਹ ਵੀ ਬੱਚੇ ਮੈਂ ਤੁਹਾਨੂੰ ਕਰਵਾ ਚੁੱਕਿਆ। ਤਾਂ 7+1 8 ਬੰਦਿਆਂ ਦਾ ਇਹ ਗਰੁੱਪ ਸੀਗਾ, ਸਾਰੇ ਇਹਦੇ 'ਚ ਵਾਈਟ ਲੋਕ ਸੀਗੇ। ਤਾਂ ਇਹਦਾ ਵਿਰੋਧ ਹੋਇਆ ਸੀ, ਔਰ ਇਸ ਦੇ ਬਾਅਦ ਦੇ ਵਿੱਚ ਜਦੋਂ ਰਿਪੋਰਟ ਰੱਖੀ, ਇਹਦੇ ਕਰਕੇ ਹੀ ਰਾਊਂਡ ਟੇਬਲ ਕਾਨਫਰੰਸ ਹੋਈਆਂ ਸੀ ਜਿਹੜੀਆਂ ਕਿ ਲੰਡਨ ਦੇ ਵਿੱਚ ਹੋਈਆਂ ਸੀ, ਔਰ ਇਹ 3 ਹੋਈਆਂ ਸੀਗੀਆਂ। ਠੀਕ ਆ, ਤਾਂ ਪਹਿਲੀ ਦਾ ਕਾਂਗਰਸ ਨੇ ਬਾਈਕਾਟ ਕੀਤਾ, ਦੂਸਰੀ ਜਗ੍ਹਾ ਤੀਸਰੀ ਦਾ ਵੀ ਆਈ ਥਿੰਕ ਬਾਈਕਾਟ ਹੋਇਆ ਸੀ। ਤੁਸੀਂ ਬੱਚੇ ਦੱਸਣਾ ਵੀ ਹੋਇਆ ਸੀ ਜਾਂ ਨਹੀਂ ਹੋਇਆ ਸੀ। ਡਨ। ਬਾਕੀ ਭਗਤ ਸਿੰਘ ਉਹਨਾਂ ਨੇ ਬੰਬ ਕਦੋਂ ਸਿੱਟਿਆ ਸੀ? 1929 ਦੇ ਵਿੱਚ ਸਿੱਟਿਆ ਸੀ। ਅਤੇ ਔਰ ਕਾਂਗਰਸ ਦੇ ਦੁਆਰਾ ਜਿਹੜਾ ਮਤਲਬ ਕਿ ਮੰਗ ਕੀਤੀ ਗਈ ਸੀ ਫਰੀਡਮ ਦੀ, ਸਵਰਾਜ ਦੀ, 1929 ਦੇ ਵਿੱਚ ਹੀ ਕਰਤੀ ਓਕੇ ਸੀ। ਤਾਂ 1930 ਦੇ ਵਿੱਚ ਪਹਿਲੀ ਗੋਲ ਮੇਜ਼ ਕਾਨਫਰੰਸ ਹੁੰਦੀ ਆ। 31 ਦੇ ਵਿੱਚ ਮਤਲਬ ਕਿ 1 ਸਾਲ 'ਤੇ ਹੋਈਆਂ, 30 ਦੇ ਵਿੱਚ ਪਹਿਲੀ ਹੋ ਗਈ, 31 ਦੇ ਵਿੱਚ ਦੂਸਰੀ, 32 ਦੇ ਵਿੱਚ ਤੀਸਰੀ। ਇੱਕ ਹੀ ਆਪਣੇ ਇੰਪੋਰਟੈਂਟ ਤੁਸੀਂ ਯਾਦ ਰੱਖਣਾ, 1932 ਦੇ ਵਿੱਚ ਹੋਇਆ ਸੀ ਪੂਨਾ ਪੈਕਟ। ਬੱਚੇ ਪੈਕਟ ਦਾ ਹੁਣ ਤੁਹਾਨੂੰ ਸਭ ਨੂੰ ਸਮਝ ਲੱਗ ਗਿਆ ਵੀ ਪੂਨਾ ਪੈਕਟ ਦਾ ਮਤਲਬ ਕੀ ਹੁੰਦਾ। ਇਹਦਾ ਮਤਲਬ ਹੁੰਦਾ ਕੋਈ ਸੰਧੀ ਜਾਂ ਫਿਰ ਕੋਈ ਸਮਝੌਤੇ ਦਾ ਹੋ ਜਾਣਾ। ਠੀਕ ਆ, ਤਾਂ ਇਹ ਕਿਹਦੇ ਵਿਚਾਲੇ ਸੀ? ਇੱਕ ਪਾਸੇ ਤਾਂ ਸੀ ਗਾਂਧੀ ਜੀ, ਤਾਂ ਦੂਸਰੇ ਪਾਸੇ ਕੌਣ ਸੀਗੇ? ਡਾਕਟਰ ਅੰਬੇਦਕਰ ਸੀਗੇ, ਜਾਂ ਫਿਰ ਸੀਗੇ ਆਪਣੇ ਇਰਬਨ ਸੀਗਾ। ਗਾਂਧੀ ਇਰਬਨ ਪੈਕਟ ਹੋਇਆ ਸੀ ਇੱਕ, ਤਾਂ ਇੱਕ ਪੂਨਾ ਪੈਕਟ ਹੋਇਆ ਸੀ। ਠੀਕ ਆ, ਇਸ ਤੋਂ ਬਾਅਦ ਬੱਚੇ 1935 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਐਕਟ 1935 ਆਇਆ ਸੀ, ਜਿਹਦੇ ਨਾਲ ਅਤੇ ਤੁਹਾਨੂੰ ਪਤਾ 1935 ਦੇ ਵਿੱਚ ਹੀ RBI ਦੀ ਸਥਾਪਨਾ ਹੁੰਦੀ ਹੈ ਆਪਣੇ, ਔਰ 1937 ਦੇ ਵਿੱਚ ਇਲੈਕਸ਼ਨਾਂ ਹੁੰਦੀਆਂ ਨੇ, ਔਰ ਉਹਦੇ 'ਚੋਂ ਮਿਆਂਮਾਰ ਨੂੰ ਅਲੱਗ ਕਰਨਗੇ। ਠੀਕ ਆ, 1939 ਦੇ ਵਿੱਚ ਜਿਹੜੀ ਕਾਂਗਰਸ ਆ ਉਹ ਉਹਦੀ ਕੈਬਨਿਟ ਪੂਰਾ, ਜਦੋਂ ਉਹਨੂੰ ਯੁੱਧ ਦੇ ਵਿੱਚ ਧਕੇਲਿਆ ਜਾਊਗਾ, ਉਹ ਆਪਦਾ ਪੂਰਾ ਕੈਬਨਿਟ ਛੱਡ ਦੂਗੀ, ਰਿਜ਼ਾਈਨ ਕਰ ਦੇਣਗੇ। ਠੀਕ ਆ, ਤਾਂ 1935 ਦੇ ਵਿੱਚ ਤੁਹਾਨੂੰ ਪਤਾ ਵੀ ਐਕਟ ਆ ਗਿਆ ਸੀਗਾ। ਫਿਰ ਇਸ ਤੋਂ ਬਾਅਦ 1942 ਦੇ ਵਿੱਚ ਕੀ ਹੋਇਆ ਸੀ? ਵਿੱਚ ਭਾਰਤ ਛੱਡੋ ਅੰਦੋਲਨ। ਭਾਰਤ ਛੱਡੋ ਅੰਦੋਲਨ ਗਵਾਲੀਅਰ ਟੈਂਕ ਤੋਂ ਸ਼ੁਰੂ ਕੀਤਾ ਗਿਆ ਸੀ। ਤਾਂ 1942 ਦੇ ਵਿੱਚ ਹੀ ਕੀ ਆਇਆ ਸੀ? ਕ੍ਰਿਪਸ ਮਿਸ਼ਨ।
बच्चे ये बारे भी मैं थोड़ा पॉलिटी वाली MCQ दे विच करवा चुकिया गा। क्रिप्स मिशन आया सी 1943 दे विच, फाउंडेशन हुई सी आज़ाद हिंद फौज 1943 दे विच इहदी फॉर्मेशन हुंदी आ, और 1946 दे विच ही आउंदा अपने कैबिनेट मिशन, ठीक है। और अपने जी इंटरम गवर्नमेंट बनती है वो फॉर्मेशन भी 1946 दे विच हुंदी आ। और माउंट बैटन थोनों एक इंपोर्टेंट क्वेश्चन है बच्चे भी जी जो अपने भारत का वंड की गई सी 1947 दे विच, वो माउंट बैटन योजना के अकॉर्डिंगली की गई सी, ठीक है। तो 1947 दे विच स्वतंत्रता सानू मिल गई फाइनली। इस तो बाद फिर अपना संविधान 26 जनवरी 1950 में लागू कर दिता जाता। 26 जनवरी असीं क्यों चूज़ किया सी, क्योंकि 26 जनवरी नूं ही बच्चे अपना जिहड़ा इन्हां ने पहलां पूर्ण स्वराज का दिन सीगा वो पहलां कांग्रेस पार्टी है जिहड़ी उहनूं मना चुकी सी, सो तां करके इहनूं कहा जांदा। डन। बाकी बच्चे जिहड़ी अपनी सीगी 42वीं अमेंडमेंट आपां करी सी, हाँ चलो आपां इहनूं हेठां कर लैंदे आ। जिहड़ी 42वीं अमेंडमेंट सी बच्चे ये थोड़ी जी इंपोर्टेंट आ। देखो उत्थे मैं सारी अमेंडमेंट नहीं तुहानूं दसदा बच्चे, 42वीं कॉन्स्टीट्यूशनल अमेंडमेंट है, वैसे शॉर्ट पाया वा एक अपना देख सकते हो तुसीं। तां इहदे च बच्चे की सीगा 4 इहदे च DPSP भी ऐड किए गए सी। DPSP दे विच भी इहदे च मतलब कि नवे पार्ट जोड़े गए, जिवें 43A 48A 39A और 39। ਤਾਂ ਤੁਸੀਂ ਇਹਨਾਂ ਦੇ ਵਿੱਚ ਦੇਖ ਸਕਦੇ ਹੋ ਬੱਚੇ ਇਹ ਵਾਲੇ ਸੀਗੇ ਜਿਹੜੇ ਨਵੇਂ ਇਹਦੇ ਵਿੱਚ ਐਡ ਕੀਤੇ ਗਏ ਸੀਗੇ ਕਾਹਦੇ ਨਾਲ 42ਵੀਂ ਅਮੈਂਡਮੈਂਟ ਦੇ ਨਾਲ। ਔਰ 42ਵੀਂ ਅਮੈਂਡਮੈਂਟ ਨੂੰ ਅਸੀਂ ਕਾਹਦੇ ਨਾਮ ਨਾਲ ਜਾਣਦੇ ਹਾਂ, 42ਵੀਂ ਅਮੈਂਡਮੈਂਟ ਨੂੰ ਅਸੀਂ ਜਾਣਦੇ ਹਾਂ ਮਿਨੀ ਕੌਂਸਟੀਟਿਊਸ਼ਨ ਦੇ ਨਾਮ ਦੇ ਨਾਲ। ਆਈ ਥਿੰਕ ਤੁਹਾਨੂੰ ਇੰਨੀ ਕੁ ਚੀਜ਼ ਬੱਚੇ ਕਲੀਅਰ ਹੋ ਗਈ ਹੋਊਗੀ। बाकी बच्चे देखो हुण आपां जियोग्राफी की गल करी सी, इहदे विच ही आपां हुण गल कर लैंदे आ फॉरेस्ट रिपोर्ट। फॉरेस्ट रिपोर्ट आउंदी है तुहानूं पता बच्चे IFSR। डन। तां हुण जिहड़ा सीगा अपने टोटल कवर एरिया किन्ना गा बच्चे, टोटल फॉरेस्ट कवर एरिया जे तुहानूं फॉरेस्ट कवर आउंदा 21.71 यानी कि 71% आ। और जे तुहानूं आउंदा फॉरेस्ट एंड ट्री कवर मतलब कि ट्री विच ला के आ कल्ले जंगलों का गा ते ट्री ला के जिहड़े आसे पासे ट्रीज हुंदे आ उन्हां नूं विच शामिल करके 24.62% अपना बनदा। आ दोने फैक्ट ने बच्चे, तां इन्हां नूं तुसीं ध्यान दे विच रखना। ते लार्जेस्ट फॉरेस्ट कवर कित्थे कीता होया MP दे विच आ, फिर अरुणाचल दे विच आ। ओके इस तो बाद बच्चे आपां देखो पॉलिटी का हुण कुछ ने जिहड़े टॉपिक पॉलिटी दे भी तुहाडे नाल डिस्कस करांगे। जिवें कि पॉलिटी दे विचों बच्चे अज आपां टैलीग्राम दे उत्ते शेयर कीता सी और वैसे भी आपां पा चुके आंगे। देखो बच्चे जिहड़ी चिल्का लेक है ना, चिल्का लेक तां नाल इहदे एक चिल्का लेक वर्ड सेंचुरी आ, ये किहड़ी स्टेट दे विच आ बच्चे जरा कमेंट करके जरूर दसना। तो नाल पा दिया करो बच्चे किहड़ी चीज़ आंसर कर रहे हो तुसीं, ठीक आ। तो ये भी तुसीं दसना बच्चे। इस तो बाद जिहड़ी पुलीकेट लेक आ, पुलीकेट लेक ये भी वर्ड सेंचुरी आ, ये वाली हैगी आ तमिलनाडु दे विच। तुहानूं ये भी आ सकदा बच्चे भी ये चीज़ न्यूज़ दे विच रही सी, सो इन्हां नूं तुसीं दसो। तो ये दो इंपोर्टेंट सी। इस तो बाद भरतपुर वर्ड सेंचुरी है जिहड़ी जिन्हों आपां क्यू लादियो नैशनल पार्क भी कहने आ, ये भरतपुर राजस्थान दे विच आ। ते तमिलनाडु दे विच ही एक होर आ बच्चे जिहदा नाम आ वेदांता अगल बर्ड सेंचुरी, तो वह भी तमिलनाडु दे विच आ। तो ये तमिलनाडु दीयां दो ने जिहड़ियां इंपोर्टेंट आ, तुसीं इन्हां नूं कर सकदे हो। डन। तो बच्चे देखो इस तो बाद जे आपां इंपोर्टेंट बैटल्स की गल करिए तो हिस्टरी दे विच इंपोर्टेंट जिहड़ियां बैटल्स होईयां ने उन्हां दी गल करिए तो तराइन दा युद्ध, ये तो वैसे मैं बैटल्स के बारे में एक वीडियो ऑलरेडी पा चुकिया, तुसीं उहनूं जरूर देखियो। 1191 दे विच फस्ट बैटल हुई सी तराइन दी, किहदे किहदे विचाले हुई सी, ये हुई सी बच्चे एक पासे सीगा पृथ्वी राज चौहान ते दूसरे पासे इत्थे कौन सीगा तुसीं जरा दस्सिओ, ठीक आ। तो ये पहली च पृथ्वी जित गया सी
ਤੇ ਦੂਸਰਾ 1192 ਦੇ ਵਿੱਚ ਸੈਕੰਡ ਬੈਟਲ ਤਰਾਈਨ ਹੁੰਦਾ, ਇਹਦੇ 'ਚ ਪ੍ਰਿਥਵੀ ਸੀਗਾ ਜਿਹੜਾ ਉਹ ਹਾਰ ਗਿਆ ਸੀ, ਔਰ ਜਿਹੜਾ ਇਹਦੇ ਨਾਲ ਹੋ ਰਿਹਾ ਸੀ ਯੁੱਧ ਉਹ ਬੰਦਾ ਜਿੱਤ ਗਿਆ ਸੀ ਇੱਥੇ। ਦੈਨ ਉਹ ਪ੍ਰਿਥਵੀ ਨੂੰ ਅਰੈਸਟ ਕਰਕੇ ਆਪਣੇ ਨਾਲ ਲੈ ਗਿਆ ਸੀ, ਫਿਰ ਉੱਥੇ ਜਾ ਕੇ ਪ੍ਰਿਥਵੀ ਰਾਜ ਚੌਹਾਨ ਨੇ ਉਹਦਾ ਅੰਤ ਕਰ ਦਿੱਤਾ ਸੀ। ਤਾਂ ਇਹ ਵਾਲੀਆਂ ਦੋ ਬੱਚੇ ਤੁਸੀਂ ਜਿਹੜੇ ਇੰਪੋਰਟੈਂਟ ਬੈਟਲ ਆ ਇਹ ਯਾਦ ਰੱਖਣੀਆਂ। ਬਾਕੀ 1526 ਦੇ ਵਿੱਚ ਹੋਇਆ ਸੀ ਫਸਟ ਬੈਟਲ ਆਫ ਪਾਣੀਪਤ। ਫਸਟ ਬੈਟਲ ਆਫ ਪਾਣੀਪਤ ਹੋਇਆ ਸੀ, ਇਹਦੇ 'ਚ ਬੱਚੇ ਬਾਬਰ ਦੇ ਮਤਲਬ ਬਾਬਰ ਨੇ ਮੁਗਲ ਰਾਜ ਸ਼ੁਰੂ ਕੀਤਾ ਸੀ ਇੰਡੀਆ ਦੇ ਵਿੱਚ, ਮੁਗਲ ਰਾਜ ਦਾ ਇਸਟੈਬਲਿਸ਼ਮੈਂਟ ਹੋਇਆ ਸੀ ਭਾਰਤ ਦੇ ਵਿੱਚ, ਔਰ ਇੱਥੇ ਲੋਧੀਆਂ ਨੂੰ ਐਂਡ ਕੀਤਾ ਸੀ। ਦਿੱਲੀ ਸਲਤਨਤ ਦੇ ਵਿੱਚ ਲਾਸਟ ਤੇ ਲੋਧੀ ਸੀਗੇ, ਤਾਂ ਇਹਨਾਂ ਦਾ ਇੱਥੇ ਖਾਤਮਾ ਕਰਕੇ ਮਤਲਬ ਕਿ ਇਹਨਾਂ ਨੇ ਆਪਦਾ ਨਵਾਂ ਸੀਗਾ ਜਿਹੜਾ ਉਹ ਸਟਾਰਟ ਕਰਤਾ ਸੀਗਾ। ਡਨ। ਤਾਂ ਇਹ ਵਾਲੇ ਇੰਪੋਰਟੈਂਟ ਫੈਕਟ ਸੀ ਬੱਚੇ ਜਿਹੜੇ ਤੁਸੀਂ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ। ਤੇ ਇਸ ਤੋਂ ਬਿਨਾਂ ਜੇ ਆਪਾਂ ਗੱਲ ਕਰੀਏ ਬੱਚੇ, ਤੁਹਾਨੂੰ ਮੈਂ ਜਿਹੜੇ ਪੋਲਿਟੀ ਦੇ ਵਿੱਚ ਇੰਪੋਰਟੈਂਟ ਟੌਪਿਕ ਆ ਨਾ ਉਹਨਾਂ ਦੇ ਬਾਰੇ ਹੁਣ ਮੈਂ ਤੁਹਾਨੂੰ ਟੂ ਦਾ ਪੁਆਇੰਟ ਜਿਹੜੇ ਸਿੱਧੇ ਫੈਕਟ ਨੇ, ਜਿਵੇਂ ਕਿ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਸਟੇਟਮੈਂਟ ਬਣ ਸਕਦੀ ਹੋਊਗੀ, ਮੈਂ ਤੁਹਾਨੂੰ ਉਹ ਵਾਲੇ ਨੇ ਜਿਹੜੇ ਇੰਪੋਰਟੈਂਟ ਜੇ ਸਾਰੇ ਕਰਵਾ ਦੇਣਾ। ਤੇ ਅੱਜ ਦੀ ਵੀਡੀਓ ਦੇ ਵਿੱਚ ਬੱਚੇ ਜਿੰਨਾ ਕੁ ਹੋ ਸਕਿਆ ਹੈ ਨਾ ਪੋਸੀਬਲ ਮੈਂ ਉਨਾ ਕੁ ਜ਼ਰੂਰ ਕਰਵਾਉਣ ਦੀ ਕੋਸ਼ਿਸ਼ ਕਰੂੰਗਾ। ਤੇ ਹੋ ਸਕੇ ਵੀ ਆਪਾਂ ਰਾਤ ਨੂੰ ਇੱਕ ਵੀਡੀਓ ਤੁਹਾਡੇ ਲਈ ਹੋਰ ਅਪਡੇਟ ਕਰ ਦਈਏ। ਤਿੰਨ ਬੱਚੇ ਜਦ ਵੀ ਨੋਟੀਫਿਕੇਸ਼ਨ ਆ ਗਿਆ ਤੁਸੀਂ ਵੀਡੀਓ ਨੂੰ ਜ਼ਰੂਰ ਚੈੱਕ ਕਰ ਲਿਓ, ਤਾਂ ਜੋ ਤੁਹਾਡਾ ਕੋਈ ਨੁਕਸਾਨ ਨਾ ਹੋ ਸਕੇ, ਤੁਸੀਂ ਆਪਣਾ ਕੰਟੈਂਟ ਆ ਜਿਹੜਾ ਉਹ ਪੂਰਾ ਕਵਰ ਕਰ ਸਕੋ। ਠੀਕ ਆ। ਤਾਂ ਹੁਣ ਦੇਖੋ ਕੈਗ ਦੇ ਬਾਰੇ, ਵੈਸੇ ਤਾਂ ਮੈਂ ਉਹਦੇ 'ਤੇ ਇੱਕ ਆਪਣੇ ਟੈਲੀਗ੍ਰਾਮ ਦੇ ਉੱਤੇ ਸ਼ੇਅਰ ਕੀਤੀ ਸੀ ਕੈਗ। ਇਹ ਸੰਵਿਧਾਨ ਦੇ ਪਾਰਟ 5 ਦੇ ਵਿੱਚ ਆ, ਆਰਟੀਕਲ 148 ਤੋਂ ਲੈ ਕੇ 151 ਤੱਕ ਆ। ਔਰ ਜੇ ਹੁਣ ਕਰੰਟਲੀ ਦੀ ਗੱਲ ਕਰੀਏ, ਕਰੰਟ ਕੌਣ ਨੇ ਆਪਣੇ? ਸ੍ਰੀ ਗਿਰੀਸ਼ ਚੰਦਰ ਮੁਰਮੂ ਇਹ ਵਾਲੇ ਨੇ। ਕਿਹੜੇ ਨੰਬਰ ਦੇ ਨੇ ਇਹ? 14ਵੇਂ ਨੰਬਰ ਦੇ ਨੇ। ਇਹ 2020 ਦੇ ਵਿੱਚ ਅਪੁਆਇੰਟ ਕਰੇ ਗਏ ਸੀ। ਹੁਣ ਜੇ ਗੱਲ ਕਰੀਏ ਵੀ ਇਹ ਪੁਆਇੰਟ ਤਾਂ ਉਦੋਂ ਕਰੇ ਗਏ, ਤੇ ਇਹਨਾਂ ਦੇ ਜੇ ਆਪਾਂ ਗੱਲ ਕਰੀਏ ਵੀ ਇਹਨਾਂ ਦਾ ਟਨਿਓਰ ਕਿੰਨੇ ਸਮੇਂ ਦਾ ਹੁੰਦਾ, ਬੱਚੇ ਦੇਖੋ ਇਹਨਾਂ ਦਾ ਜਿਹੜਾ ਟਨਿਓਰ ਹੁੰਦਾ ਉਹ 6 ਸਾਲ ਜਾਂ ਫਿਰ 65 ਸਾਲ। ਜਿਹੜਾ ਇਹਨਾਂ ਦੇ ਵਿੱਚੋਂ ਪਹਿਲਾਂ ਹੋ ਗਿਆ ਉਹਦੇ ਅਕੋਰਡਿੰਗਲੀ ਇਹਨਾਂ ਨੂੰ ਆਪਦਾ ਜਿਹੜੀ ਪੋਸਟ ਆ ਉਹ ਛੱਡਣੀ ਪੈਂਦੀ ਆ। ਹੁਣ ਆਪਾਂ ਗੱਲ ਕਰਾਂਗੇ ਵੀ ਇਹਨਾਂ ਨੂੰ ਅਪੁਆਇੰਟ ਤਾਂ ਕਰਿਆ ਗਿਆ, ਅਪੁਆਇੰਟ ਕਿਹਦੇ ਦੁਆਰਾ ਕੀਤੇ ਜਾਂਦੇ ਆ? ਅਪੁਆਇੰਟ ਕੀਤੇ ਜਾਂਦੇ ਆ ਇਹ ਰਾਸ਼ਟਰਪਤੀ ਦੁਆਰਾ, ਇਕੱਲੇ ਅਪੁਆਇੰਟ ਨਹੀਂ ਕੀਤੇ ਜਾਂਦੇ। ਜੇ ਇਹਨਾਂ ਨੇ ਆਪਦਾ ਰਿਜ਼ਾਈਨ ਦੇਣਾ ਤਾਂ ਰਿਜ਼ਾਈਨ ਵੀ ਪ੍ਰੈਜ਼ੀਡੈਂਟ ਨੂੰ ਜਾਊਗਾ, ਜੇ ਇਹਨਾਂ ਨੇ ਓਥ ਖਾਣੀ ਹੈ ਮਤਲਬ ਕਿ ਸਹੁੰ ਖਾਣੀ ਆ ਤਾਂ ਉਹ ਵੀ ਰਾਸ਼ਟਰਪਤੀ ਹੀ ਇਹਨਾਂ ਨੂੰ ਖਵਾਉਣਗੇ। ਠੀਕ ਆ। ਤੇ ਇੱਥੇ ਇੱਕ ਪੈਨ ਪੁਆਇੰਟ ਹੋਰ ਆ ਵੀ ਜੇ ਇਹਨਾਂ ਨੂੰ ਰਿਮੂਵ ਕਰਨਾ ਉਹ ਵੀ ਰਾਸ਼ਟਰਪਤੀ ਕਰਨਗੇ, ਬਟ ਇਹਦੇ 'ਚ ਇੱਕ ਕੰਡੀਸ਼ਨ ਆ ਕਿ ਇੱਥੇ ਐਡਵਾਈਜ਼ ਔਨ ਪਾਰਲੀਮੈਂਟ, ਤਾਂ ਨਾਲ ਇੱਥੇ ਸੰਸਦ ਦੀ ਜਿਹੜੀ ਐਡਵਾਈਜ਼ ਆ ਉਹ ਜ਼ਰੂਰੀ ਆ, ਤਾਂ ਫਿਰ ਇਸ ਤੋਂ ਬਾਅਦ ਪ੍ਰੈਜ਼ੀਡੈਂਟ ਆ ਜਿਹੜੇ ਇਹਨਾਂ ਨੂੰ ਹਟਾ ਸਕਦੇ ਆ। ਅਪੁਆਇੰਟ ਰਾਸ਼ਟਰਪਤੀ ਕਰਦੇ ਆ, ਰਿਮੂਵ ਰਾਸ਼ਟਰਪਤੀ ਕਰਦੇ, ਪਰ ਸੰਸਦ ਦੀ ਸਲਾਹ ਤੇ ਰਿਜ਼ਾਈਨ ਵੀ ਰਾਸ਼ਟਰਪਤੀ ਨੂੰ ਦਿੰਦੇ ਆ। ਟਨਿਓਰ ਇਹਨਾਂ ਦਾ 6 ਸਾਲ ਜਾਂ ਫਿਰ 5 ਸਾਲ, ਜਿਹੜਾ ਇਹਨਾਂ ਦੇ ਵਿੱਚੋਂ ਪਹਿਲਾਂ ਹੋ ਗਿਆ। ਤਾਂ ਇਸ ਤੋਂ ਬਾਅਦ ਜੇ ਤੁਸੀਂ ਹੁਣ ਗੱਲ ਕਰੋ ਇਹਨਾਂ ਦੀ ਸੈਲਰੀ ਦੀ, ਤਨਖਾਹ ਕਿਹਦੇ 'ਚੋਂ ਜਾਂਦੀ ਆ? ਕੰਸੋਲੀਡੇਟਡ ਫੰਡ 'ਚੋਂ, ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਇਹਨਾਂ ਦੀ ਸੈਲਰੀ ਜਾਂਦੀ ਆ। ਤੇ ਹੁਣ ਇਹਨਾਂ ਦੀ ਸੈਲਰੀ 2.5 ਲੱਖ ਰੁਪਏ ਆ। ਠੀਕ ਆ। ਬਾਕੀ ਸਾਡੇ ਬਟੇਨ ਦੇ ਨਾਲੋਂ ਇਹਦਾ ਸਿਸਟਮ ਵੱਖਰਾ ਬੱਚੇ, ਕਿਉਂਕਿ ਉੱਥੇ ਕੈਗ ਆਡਿਟ ਨਾਲ ਕੰਟਰੋਲਰ ਦਾ ਕੰਮ ਵੀ ਕਰਦਾ, ਪਰ ਆਪਣੇ ਕੰਟਰੋਲਰ ਦਾ ਕੰਮ ਨਹੀਂ ਇਹ ਕਰਦੇ। ਠੀਕ ਆ। ਜੇ ਇਹਨਾਂ ਨੂੰ ਹਟਾਉਣਾ ਬੱਚੇ ਸੁਪਰੀਮ ਕੋਰਟ ਦੇ ਜੱਜ ਨੇ ਜਿਵੇਂ ਉਵੇਂ ਮਤਲਬ ਕਿ ਸੇਮ ਜੇ ਹਟਾਇਆ ਜਾਂਦਾ, ਇਹਨਾਂ ਨੂੰ ਸਪੈਸ਼ਲ ਮੈਜੋਰਟੀ ਦੇ ਨਾਲ ਪਾਸ ਹੋਣਾ ਚਾਹੀਦਾ। ਤਾਂ ਆਹ ਕੁਛ ਕੁ ਫੈਕਟ ਸੀਗੇ ਜਿਹੜੇ ਤੁਸੀਂ ਇਹਦੇ ਬਾਰੇ ਧਿਆਨ 'ਚ ਰੱਖਣੇ ਆ। ਬਾਕੀ ਇਹਦੇ ਇਹਨਾਂ ਨੂੰ ਕੀ ਕਿਹਾ ਜਾਂਦਾ ਬੱਚੇ, ਆਹ ਇੰਪੋਰਟੈਂਟ ਫੈਕਟ ਆ, ਕਿਉਂਕਿ ਇਹ PPSC ਦੇ ਪਹਿਲਾਂ ਵਾਲੇ ਐਗਜ਼ਾਮ ਦੇ ਵਿੱਚ ਇਹ ਵਾਲਾ ਕੁਐਸਚਨ ਪੁੱਛਿਆ ਵੀ ਗਿਆ। ਦੇਖੋ ਬੱਚੇ ਤੁਹਾਨੂੰ ਆ ਜਾਏ ਤਾਂ ਐਨੂਅਲ ਰਿਪੋਰਟ ਇਹ ਰੱਖਦਾ ਗਾ ਸੈਂਟਰ ਦੀ, ਜੇ ਕੇਂਦਰ ਦੀ ਰਿਪੋਰਟ ਆ ਉਹ ਤਾਂ ਰੱਖਦਾ ਇਹ ਰਾਸ਼ਟਰਪਤੀ ਕੋਲ, ਕੇਂਦਰ ਦੀ ਰਿਪੋਰਟ ਰਾਸ਼ਟਰਪਤੀ ਕੋਲੇ, ਔਰ ਜੇ ਕਿਸੇ ਰਾਜ ਦੀ ਹੈ ਤਾਂ ਰਾਜ ਤੇ ਕੇਂਦਰ ਦੋਨਾਂ ਦੇ ਲਈ ਇਹ ਬਹੁਤ ਕੰਮ ਕਰਦਾ, ਉਹ ਰੱਖਦੇ ਆ ਉਹ ਗਵਰਨਰ ਦੇ ਕੋਲੇ। ਉਹ ਸੰਬੰਧਿਤ ਸਟੇਟ ਜਿਹਦਾ ਇਹ ਹੁੰਦੇ ਆ ਤਾਂ ਗਵਰਨਰ ਕੋਲ ਰੱਖਦੇ ਆ। ਬਾਕੀ ਬੱਚੇ ਦੇਖੋ ਇਹ ਫਰੈਂਡ ਐਂਡ ਗਾਈਡ ਹੁੰਦਾ, ਫਰੈਂਡ ਐਂਡ ਗਾਈਡ ਹੁੰਦਾ ਇਹ PAC, ਪਬਲਿਕ ਅਕਾਊਂਟ ਕਮੇਟੀ, ਜਿਹੜੀ ਕਿ 22 ਮੈਂਬਰਾਂ ਦੀ ਹੁੰਦੀ ਆ, ਔਰ ਇਹਦੇ 'ਚ 15 ਮੈਂਬਰ ਲੋਕ ਸਭਾ ਦੇ, 7 ਮੈਂਬਰ ਹੁੰਦੇ ਆ ਰਾਜ ਸਭਾ ਦੇ। ਠੀਕ ਆ। ਤਾਂ 22 ਮੈਂਬਰ ਇਹਦੇ 'ਚ ਪੂਰੇ ਹੋ ਜਾਂਦੇ ਆ, ਔਰ ਇਹਨੂੰ ਕਿਹਾ ਜਾਂਦਾ ਗਾਰਡੀਅਨ ਆਫ ਦਾ PAC ਦੇ ਮਤਲਬ ਤੁਹਾਨੂੰ ਮੈਂ ਦੱਸਤਾ ਵੀ 22 ਮੈਂਬਰਾਂ ਦੇ ਵਿੱਚੋਂ 15 ਲੋਕ ਸਭਾ ਦੇ ਵਿੱਚੋਂ, 7 ਹੁੰਦੇ ਆ ਰਾਜ ਸਭਾ ਦੇ ਵਿੱਚੋਂ। 148 ਦੇ ਵਿੱਚ ਅਪੁਆਇੰਟਮੈਂਟ ਰਿਮੂਵ ਵਗੈਰਾ ਨੇ, ਤੇ 149 ਦੇ ਵਿੱਚ ਦੀਆਂ ਪਾਵਰ ਨੇ। 150 ਆਰਟੀਕਲ ਦੇ ਵਿੱਚ ਇਹਦਾ ਲੇਖਾ ਦਾ ਪ੍ਰਾਰੂਪ ਮਤਲਬ ਕਿ ਜਾਣੀ ਕਿ ਫਾਰਮ ਆਫ ਅਕਾਊਂਟ ਆ। ਬਾਕੀ ਬੱਚੇ ਦੇਖੋ ਜਿਹੜਾ ਇਹਦੇ 'ਚ ਕੰਮ ਵੱਖ ਕੀਤਾ ਸੀ ਆਡਿਟ ਦੇ ਕੰਮ ਨੂੰ ਔਰ
ਅਕਾਊਂਟ ਦੇ ਕੰਮ ਨੂੰ ਮਤਲਬ ਜਦੋਂ ਵੱਖ ਕੀਤਾ ਗਿਆ ਤਾਂ 1971 ਦੇ ਵਿੱਚ ਅਮੈਂਡ 1971 ਦਾ ਜਿਹੜਾ ਐਕਟ ਸੀਗਾ ਉਹਨੂੰ 1976 ਦੇ ਵਿੱਚ ਅਮੈਂਡ ਕਰਕੇ ਇਹਦਾ ਸੀਗਾ ਜਿਹੜਾ ਉਹ ਵੱਖ ਕਰ ਦਿੱਤਾ ਗਿਆ ਸੀ। ਠੀਕ ਆ, ਤਾਂ ਬੱਚੇ ਇਹ ਸੀਗਾ। ਬਾਕੀ ਜਿਹੜਾ ਕੰਸੋਲੀਡੇਟਡ ਫੰਡ ਦੀ ਗੱਲ ਕਰੀਏ ਬੱਚੇ ਆਪਾਂ, ਤਾਂ ਉਹ ਹੈਗਾ ਆਪਣੇ ਆਰਟੀਕਲ 226 ਦੇ ਵਿੱਚ ਆ। ਬਜਟ ਲਈ ਖਰਚਾ ਵੀ ਉਹਦੇ 'ਚ ਹੀ ਹੁੰਦਾ, ਮਤਲਬ ਕਿ ਸਾਰਾ ਕੁਛ ਕਹਿਣ ਤੋਂ ਭਾਵ 226 ਆਰਟੀਕਲ ਦੇ ਵਿੱਚ ਕੰਸੋਲੀਡੇਟਡ ਫੰਡ। ਬਾਕੀ ਆਡਿਟ ਕਰਦਾ ਇਹ ਕੰਟੀਜੈਂਸੀ ਫੰਡ ਆਫ ਇੰਡੀਆ। ਠੀਕ ਆ, ਤੇ ਕੰਟੀਜੈਂਸੀ ਇਹਦੇ ਵਿੱਚੋਂ ਫੰਡ ਦੇ ਵਿੱਚੋਂ ਵਿੱਤ ਸੈਕਟਰੀ ਪੈਸੇ ਕੱਢਦੇ ਆ। ਆਰਟੀਕਲ 267 ਦੇ ਵਿੱਚ ਇਹ ਐਮਰਜੈਂਸੀ ਦੇ ਲਈ ਹੁੰਦਾ ਵੈਸੇ ਕੰਟੀਜੈਂਸੀ ਫੰਡ। ਠੀਕ ਆ, ਤੇ ਇਹਦੇ ਵੱਲੋਂ ਸੰਸਦ ਨੂੰ ਅਪਰੂਵਲ ਕਰਾਉਣਾ ਪੈਂਦਾ, ਪਹਿਲਾਂ 50 ਕਰੋੜ ਹੁਣ 500 ਕਰੋੜ। ਹੁਣ 500 ਕਰੋੜ ਰੁਪਈਆ ਇਹਦੇ 'ਚ ਕੰਟੀਜੈਂਸੀ ਫੰਡ ਦੇ ਵਿੱਚ ਰੱਖਣਾ ਜ਼ਰੂਰੀ ਆ। ਤੇ ਕੰਟੀਜੈਂਸੀ ਫੰਡ ਦੇ ਲਈ ਐਕਟ 1950 ਦਾ ਚੱਲਦਾ। ਇਸ ਤੋਂ ਬਾਅਦ ਪਬਲਿਕ ਅਕਾਊਂਟ ਇੰਡੀਆ, ਪਬਲਿਕ ਅਕਾਊਂਟ ਆਫ ਇੰਡੀਆ, ਇਹ ਆਰਟੀਕਲ 226 ਦੇ ਸਬ ਕਲੌਜ਼ 2 ਦੇ ਵਿੱਚ ਆ ਇੰਪੋਰਟੈਂਟ ਫੈਕਟ ਸੀ ਜਿਹੜੇ ਤੁਸੀਂ ਇਹਨੂੰ ਧਿਆਨ ਰੱਖਣੇ ਆ। ਬਾਕੀ ਇਹ 3 ਰਿਪੋਰਟਾਂ ਪੇਸ਼ ਕਰਦਾ, ਕਿਹੜੀਆਂ-ਕਿਹੜੀਆਂ? ਇੱਕ ਤਾਂ ਐਪਰੋਪਰੀਏਸ਼ਨ ਅਕਾਊਂਟ, ਠੀਕ ਆ, ਤੇ ਦੂਸਰਾ ਫਾਈਨਾਂਸ ਅਕਾਊਂਟ, ਤੀਸਰਾ ਪਬਲਿਕ ਅੰਡਰਟੇਕਿੰਗਸ। ਤੇ ਪਬਲਿਕ ਅਕਾਊਂਟ ਕਮੇਟੀ ਹੈ ਜਿਹੜੀ ਉਹ ਫਿਰ ਅੱਗੇ ਦੀਆਂ ਰਿਪੋਰਟਾਂ ਨੂੰ ਕੀ ਕਰਦੀ ਆ? ਐਗਜ਼ਾਮਿਨ ਕਰਦੀ ਆ। ਤਾਂ ਬੱਚੇ ਇਹ ਕੈਗ ਬਾਰੇ ਸੀਗੇ। ਆਈ ਥਿੰਕ ਤੁਹਾਨੂੰ ਇਹਦੇ ਫੈਕਟ ਬਿਲਕੁਲ ਕਲੀਅਰ ਹੋਣਗੇ। ਇਸ ਤੋਂ ਬਾਅਦ ਜੇ ਸੰਸਦ ਦੇ ਬਾਰੇ ਗੱਲ ਕਰੀਏ, ਸੰਸਦ ਤਾਂ ਆਪਣੇ ਸੰਸਦ ਵੀ ਪਾਰਟ 5 ਦੇ ਵਿੱਚ ਆਉਂਦੀ ਹੈ, ਕਿਉਂਕਿ ਇਹ ਯੂਨੀਅਨ ਗਵਰਨਮੈਂਟ ਦਾ ਪਾਰਟ ਹੀ ਆ। ਤਾਂ ਸੰਸਦ ਆਪਣੇ 79 ਨੰਬਰ ਆਰਟੀਕਲ ਤੋਂ ਲੈ ਕੇ ਬੱਚੇ 122 ਤੱਕ ਆਰਟੀਕਲ ਨੇ, ਇਹ ਤੁਸੀਂ ਧਿਆਨ 'ਚ ਰੱਖਣਾ, ਕਿਉਂਕਿ 123 ਨੰਬਰ ਆਰਟੀਕਲ ਦੇ ਵਿੱਚ ਆਰਡੀਨੈਂਸ ਪਾਵਰ ਆ। ਆਰਡੀਨੈਂਸ ਪਾਵਰ ਕਿਹਦੀ ਹੁੰਦੀ ਆ? ਰਾਸ਼ਟਰਪਤੀ ਦੀ। ਤਾਂ 6 ਮਹੀਨਿਆਂ ਤੱਕ ਇਹ ਮਤਲਬ ਕਿ ਰੱਖ ਸਕਦਾ ਹੁੰਦਾ, ਇਸ ਤੋਂ ਬਾਅਦ ਪਾਸ ਕਰਾਉਣਾ ਪੈਂਦਾ ਰਾਸ਼ਟਰਪਤੀ ਜੀ ਨੂੰ ਵੀ। ਕਲੀਅਰ ਆ ਬਈ? ਹੁਣ ਇਹ 'ਚੋਂ ਯਾਦ ਰੱਖਣਾ ਵੀ ਇੱਥੇ ਸੰਸਦ ਕਿੰਨੇ ਦੇ ਵਿੱਚ ਆ? 79 ਦੇ ਵਿੱਚ ਆ। ਤਾਂ ਠੀਕ ਆ, ਇਸ ਤੋਂ ਬਾਅਦ ਫਿਰ ਕੀ ਆਊਗਾ? ਪਹਿਲਾਂ 79, ਫਿਰ ਇਸ ਤੋਂ ਬਾਅਦ ਕੀ ਆਊਗਾ? ਰਾਜਾ, ਜਾਣੀ ਕਿ ਆਰ ਤੇ ਰਾਜਾ, ਫਿਰ 80, ਫਿਰ ਕੀ ਆਉਣਗੇ? ਲੋਕ। ਤਾਂ ਲੋਕ ਸਭਾ 81 ਦੇ ਵਿੱਚ ਆ। ਆਰਟੀਕਲ 79 ਦੇ ਵਿੱਚ ਸੰਸਦ ਆ, 80 ਦੇ ਵਿੱਚ ਰਾਜ ਸਭਾ, 81 ਦੇ ਵਿੱਚ ਲੋਕ ਸਭਾ। ਕਲੀਅਰ ਆ ਬੱਚੇ? ਕੰਮ ਕੀ ਇਹਦਾ? ਮੇਕਿੰਗ ਲਾਅ। ਤਾਂ ਹੁਣ ਜੇ ਗੱਲ ਕਰੀਏ ਇਹਦੇ ਪਾਰਟ ਕਿੰਨੇ ਹੁੰਦੇ ਆ? ਆਪਣੇ ਸੰਸਦ ਦੇ ਪਾਰਟ ਕਿੰਨੇ ਹੁੰਦੇ ਆ? 3। ਕਿਹੜੇ-ਕਿਹੜੇ ਨੇ 3? ਆਪਣਾ ਰਾਸ਼ਟਰਪਤੀ, ਲੋਕ ਸਭਾ ਐਂਡ ਰਾਜ ਸਭਾ। ਤੇ ਇਹਨਾਂ ਦੇ ਆਰਟੀਕਲ ਹੁਣ ਤੁਹਾਨੂੰ ਕਲੀਅਰ ਆ, 81, 80, ਰਾਸ਼ਟਰਪਤੀ 52 ਦੇ ਵਿੱਚ ਆਰਟੀਕਲ ਦੇ ਵਿੱਚ। ਡਨ। ਤੇ ਜੇ ਬਿੱਲ ਦੀ ਗੱਲ ਕਰੀਏ, ਬਿੱਲ ਟਾਈਪਸ ਦੇ ਆਧਾਰ 'ਤੇ ਕਿੰਨੇ ਤਰ੍ਹਾਂ ਦੇ ਹੁੰਦੇ ਆ? ਬਿੱਲ 2 ਤਰ੍ਹਾਂ ਦੇ, ਸਰਕਾਰੀ ਔਰ ਪ੍ਰਾਈਵੇਟ ਬਿੱਲ। ਬੱਚੇ ਇਹ ਤਾਂ ਮੈਂ ਤੁਹਾਨੂੰ ਬਖੂਬੀ ਕਰਵਾਇਆ ਵਾ ਟੌਪਿਕ ਆ। ਗਵਰਨਮੈਂਟ ਬਿੱਲ ਜਿਹੜਾ ਕੋਈ ਡਿਪਾਰਟਮੈਂਟ ਮੰਤਰਾਲਾ ਰੱਖਦਾ, ਠੀਕ ਆ। ਤੇ ਜਿਹੜੇ ਪ੍ਰਾਈਵੇਟ ਬਿੱਲ ਹੁੰਦੇ ਆ ਕੋਈ ਵੀ MP ਧਰ ਸਕਦਾ। ਤੇ ਨੇਚਰ ਦੇ ਅਕੋਰਡਿੰਗਲੀ ਮਨੀ ਬਿੱਲ, ਫਾਈਨਾਂਸ ਬਿੱਲ ਔਰ ਆਰਡੀਨਰੀ ਬਿੱਲ। ਔਰ ਇਹ ਤਿੰਨੇ ਹੀ ਸਿੰਪਲ ਮੈਜੋਰਟੀ ਦੇ ਨਾਲ ਪਾਸ ਹੋ ਜਾਂਦੇ ਆ। ਲੋਕ ਸਭਾ ਦੇ ਬਾਕੀ ਜਿਹੜਾ ਹੁੰਦਾ ਆਪਣੇ ਇਹਦੇ ਹਿੰਦੀ ਦੇ ਵਿੱਚ ਨਾਂ ਅਡੋਪਟ ਕੀਤੇ ਗਿਆ ਲੋਕ ਸਭਾ ਐਂਡ ਰਾਜ ਸਭਾ ਦਾ ਆਫ ਕਾਉਂਸਲ ਆਫ ਸਟੇਟਸ ਨੇ 1954 ਦੇ ਵਿੱਚ ਇਹਨੂੰ ਅਡੋਪਟ ਕੀਤਾ ਗਿਆ ਸੀ। ਤੇ ਟਨਿਓਰ ਕਿੰਨਾ ਹੁੰਦਾ? 5 ਸਾਲ। ਬਾਕੀ ਬੱਚੇ ਕੁਆਲੀਫਿਕੇਸ਼ਨ ਨੇ, ਇਹ ਬਹੁਤ ਵਾਰੀ ਪੁੱਛੀਆਂ ਜਾਂਦੀਆਂ ਤੁਹਾਡੇ ਤੋਂ। ਲੋਕ ਸਭਾ ਦੇ ਮੈਂ ਨਾਮ ਨਹੀਂ ਤੁਹਾਨੂੰ ਦੱਸੂਗਾ। ਲੋਕ ਸਭਾ ਦੀਆਂ ਜਿਹੜੀਆਂ ਯੋਗਤਾ ਕੁਆਲੀਫਿਕੇਸ਼ਨਸ ਨੇ ਮੈਂ ਬੱਚੇ ਉਹ ਤੁਹਾਨੂੰ ਜ਼ਰੂਰ ਲਿਖਾ ਦੇਣਾ। ਦੇਖੋ ਬੱਚੇ, ਜਿਹੜੇ ਚੈਨਲ ਦੇ ਉੱਪਰ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ, ਜਿਨ੍ਹਾਂ ਨੇ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਉਹ 25 ਸਾਲ ਦਾ ਉਮਰ ਦਾ ਪੂਰਾ ਹੋਣਾ ਚਾਹੀਦਾ ਔਰ ਭਾਰਤ ਦਾ ਨਾਗਰਿਕ ਜਾਣੀ ਕਿ ਸਿਟੀਜ਼ਨ ਹੋਣਾ ਚਾਹੀਦਾ, ਠੀਕ ਆ, ਸਿਟੀਜ਼ਨ ਹੋਣਾ ਚਾਹੀਦਾ। ਤੇ ਪ੍ਰੋਫਿਟ ਆਫ ਆਫਿਸ ਤੇ ਨਹੀਂ ਹੋਣਾ ਚਾਹੀਦਾ। ਓਕੇ। ਇਸ ਤੋਂ ਬਾਅਦ ਟਨਿਓਰ ਇਹਨਾਂ ਦਾ 5 ਸਾਲ ਹੁੰਦਾ ਬੱਚੇ। MP ਆ, ਲੋਕ ਸਭਾ ਤੇ ਲੈਜਿਸਲੇਟਿਵ ਅਸੈਂਬਲੀ ਕੋਈ ਵੀ ਆ 5 ਸਾਲ ਦਾ ਹੀ ਹੁੰਦਾ। ਪਰ ਇੱਥੇ ਇੱਕ ਹੋਰ ਵੀ ਗੱਲ ਆ, ਜਿਹੜਾ ਆਪਾਂ ਮਿਨੀ ਕੌਂਸਟੀਟਿਊਸ਼ਨ ਵਾਲਾ ਕੰਸੈਪਟ ਕੀਤਾ ਸੀ, 42ਵੀਂ ਅਮੈਂਡਮੈਂਟ ਹੋਈ ਸੀ 1976 ਦੇ ਵਿੱਚ ਹੋਈ ਆ। ਉਹਦੇ ਵਿੱਚ ਇਹ 5 ਸਾਲ ਤੋਂ ਵਧਾ ਕੇ 6 ਸਾਲ ਦੇ ਵਿੱਚ ਕਰਤਾ ਸੀ ਇੰਦਰਾ ਗਾਂਧੀ ਨੇ। ਪਰ ਇਸ ਤੋਂ ਬਾਅਦ 1978 ਦੇ ਵਿੱਚ ਜਦੋਂ ਮੋਰਾਰਜੀ ਦੇਸਾਈ ਜਾਣੀ ਕਿ ਨੌਨ ਕਾਂਗਰਸ ਗਵਰਨਮੈਂਟ ਆਈ, ਉਹਨਾਂ ਨੇ 44ਵੀਂ ਸੋਧ ਕੀਤੀ 1978 ਦੇ ਵਿੱਚ, ਦੈਨ ਘਟਾ ਕੇ ਫਿਰ 5 ਸਾਲ ਕੀਤਾ ਸੀ। ਇਲੈਕਸ਼ਨ ਹੁੰਦੀ ਹੈ ਜਿਹੜੀ ਉਹ ਡਾਇਰੈਕਟ ਹੁੰਦੀ ਹੈ ਲੋਕ ਸਭਾ ਦੀ, ਮਤਲਬ ਕਿ ਜਿਹਦੇ 'ਚ ਵੋਟਰ 18 ਸਾਲ ਦਾ ਹੁੰਦਾ। ਜਿਵੇਂ ਕਿ ਪਿੰਡ ਦੇ ਵਿੱਚ ਜਿਨ੍ਹਾਂ ਦਾ ਵੋਟਰ ਸੂਚੀ ਦੇ ਵਿੱਚ ਪਿੰਡ ਦੇ ਵਿੱਚ ਨਾਮ ਆਉਂਦਾ ਔਰ 18 ਸਾਲ ਤੋਂ ਉੱਪਰ ਆ, ਉਹਨਾਂ ਨੂੰ ਕਿਹਾ ਜਾਂਦਾ ਗ੍ਰਾਮ ਸਭਾ। ਗ੍ਰਾਮ ਸਭਾ ਆਪਣੇ ਵਿੱਚੋਂ ਮਿਲ ਕੇ ਕੀ ਕਰਦੀ ਆ? ਗ੍ਰਾਮ ਪੰਚਾਇਤ ਦੀ ਚੋਣ ਕਰਦੀ ਆ। ਗ੍ਰਾਮ ਪੰਚਾਇਤ ਆਪਣੀ ਲੋਕਲ ਲੈਵਲ ਦੀ ਗਵਰਨਮੈਂਟ ਹੁੰਦੀ ਹੈ, ਜਾਣੀ ਕਿ ਗ੍ਰਾਸ ਰੂਟ ਲੈਵਲ ਦੀ ਹੁੰਦੀ ਹੈ। ਅਤੇ ਪੰਚਾਇਤ ਲਈ ਅਮੈਂਡਮੈਂਟ ਆ 73ਵੀਂ ਔਰ 74ਵੀਂ। 73ਵੀਂ ਪਿੰਡਾਂ ਦੀ ਪੰਚਾਇਤ ਲਈ, 74ਵੀਂ ਸ਼ਹਿਰਾਂ ਦੇ ਵਿੱਚ ਮਿਊਨਿਸਪੈਲਿਟੀ ਹੁੰਦੀਆਂ ਨੇ ਉਹਨਾਂ ਦੇ ਲਈ। ਦੋਨੇ 1992 ਦੇ ਵਿੱਚ ਆਈਆਂ ਸੀ, 93 ਦੇ ਵਿੱਚ ਇੰਪਲੀਮੈਂਟ ਪ੍ਰੋਪਰ ਹੋ ਗਈਆਂ ਸੀ। ਔਰ ਪਹਿਲੀ ਪੰਚਾਇਤ ਬਣਾਈ ਸੀ 1959 ਦੇ ਵਿੱਚ ਨਾਗੌਰ ਡਿਸਟ੍ਰਿਕਟ ਆਫ ਰਾਜਸਥਾਨ, ਠੀਕ ਆ। ਤਾਂ ਇਹ ਬੱਚੇ ਫੈਕਟ ਨੇ ਜਿਹੜੇ ਤੁਸੀਂ ਡਾਇਰੈਕਟਲੀ ਆਉਂਦੇ ਆ ਤੁਹਾਨੂੰ। ਔਰ ਮੈਂ ਤੁਹਾਨੂੰ ਦੱਸਿਆ ਸੀ ਵੀ ਜੇ ਪੰਚਾਇਤੀ ਆਪਾਂ ਰਾਜ ਕਰਦੇ ਹਾਂ, ਮੈਂ ਟੌਪਿਕ ਕਰਵਾਇਆ, ਤੁਸੀਂ ਦੇਖ ਸਕਦੇ ਹੋ। ਇਹਦੇ ਲਈ ਮੈਂ ਤੁਹਾਨੂੰ ਕਮੇਟੀਆਂ ਦੱਸੀਆਂ ਸੀ ਵੀ ਬੈਗਸ ਕਰਕੇ ਤੁਸੀਂ ਯਾਦ ਕਰ ਸਕਦੇ ਹੋ। ਬੈਗਸ 1980 ਆਈ ਥਿੰਕ ਐਵੇਂ ਕਰਕੇ ਸੀਗਾ। ਅਤੇ ਬੈਗਸ ਦੇ ਵਿੱਚ ਬਲਵੰਤ ਰਾਏ, ਅਸ਼ੋਕ ਮਹਿਤਾ ਕਮੇਟੀ, GVK ਰਾਓ ਕਮੇਟੀ, ਠੀਕ ਆ। ਤਾਂ ਇਹ ਤੁਹਾਨੂੰ ਮੈਂ ਕਮੇਟੀਆਂ ਕਰਵਾਈਆਂ ਸੀਗੀਆਂ ਉਹਦੇ ਵਿੱਚ।
बाकी बच्चे हुण आपां गल करिए लोक सभा दीयां सीटां दी। ये वैसे बेसिक फैक्ट ने, कोई बच्चे नਵੇਂ ਹੁੰਦੇ ਆ जिन्हां ਨੂੰ हजे नहीं इन्नी चीज़ क्लीयर ਹੁੰਦੀ। बच्चे हुण तुहानूं याद हो जू मैक्सीमम किन्नियां हो सकदियां ने 552 हो सकदियां ने। तो ये जिहड़ा बेस लिया जाता वो किन्ने दा 1971 का, मतलब 1971 की पापूलेशन के अकॉर्डिंगली जी अपने चल रही सीटां का एलोकेशन आ तो वह होया वा सीटां दिंदे आ पापूलेशन के बेस पर, ठीक है। पर 2001 ਦੇ ਵਿੱਚ ਅਮੈਂਡਮੈਂਟ ਹੋਈ ਸੀ ਬੱਚੇ। ਇੱਕ ਅਮੈਂਡਮੈਂਟ ਇੱਥੇ ਹੋਰ ਜੋੜ ਲਿਓ, ਮਤਲਬ ਚਲੋ ਇੱਥੇ ਲਿਖ ਲੈਂਦੇ ਆਪਾਂ। ਇੱਕ 84ਵੀਂ ਅਮੈਂਡਮੈਂਟ ਹੋਈ ਸੀ, ਕਦੋਂ ਇਹ ਹੋਈ ਸੀ 2001 ਦੇ ਵਿੱਚ। ਤਾਂ ਇਹਦੇ ਵਿੱਚ ਕੀ ਕਿਹਾ ਗਿਆ ਕਿ 2026 ਤੱਕ ਬਦਲਾਅ ਨਹੀਂ ਹੋ ਸਕਦਾ, ਠੀਕ ਆ, ਇਹਨਾਂ ਦੇ ਵਿੱਚ ਬਦਲਾਅ ਨਹੀਂ ਕਰ ਸਕਦੇ। ਤਾਂ ਇਹ ਸੀਗੇ ਆਪਣੇ ਸੰਸਦ ਦੇ ਬਾਰੇ ਬੇਸਿਕ ਫੈਕਟ ਸੀਗੇ। बाकी सारिਆਂ ਨੂੰ ਵੱਧ सीटां ने यूपी ਦੇ ਵਿੱਚ 80 सीटां ने। ਆਪਣੇ ਪੰਜਾਬ ਦੇ ਵਿੱਚ ਕਿੰਨੀਆਂ सीटां ने ਬੱਚੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਹਦੇ ਲਈ ਕਿੰਨੀਆਂ ਸੀਟਸ ਨੇ। ਬਾਕੀ ਹੁਣ ਜੇ ਆਪਾਂ ਗੱਲ ਕਰੀ ਇਹਨਾਂ ਦੇ ਵਿੱਚ ਰਿਜ਼ਰਵੇਸ਼ਨ, ਰਾਜ ਸਭਾ ਦੇ ਵਿੱਚ ਕੋਈ ਰਿਜ਼ਰਵੇਸ਼ਨ ਨਹੀਂ ਹੁੰਦੀ। ਇਹ ਤਾਂ ਤੁਹਾਨੂੰ ਜੇ ਸਟੇਟਮੈਂਟ ਆ ਗਈ ਦੈਨ ਸਟੇਟਮੈਂਟ ਹੀ ਗਲਤ ਹੋਊਗੀ, ਤਾਂ ਕਈ ਵਾਰ ਸਟੇਟਮੈਂਟ ਦੇ ਵਿੱਚ ਉਲਝਾ ਸਕਦੇ ਆ। ਪਰ ਹੁਣ ਆਪਾਂ ਜੇ ਗੱਲ ਕਰੀਏ ਆਰਟੀਕਲ ਸੰਵਿਧਾਨ ਦੇ, ਜਿਵੇਂ ਕਿ ਇੱਕ ਤਾਂ ਆਰਟੀਕਲ ਨੰਬਰ 330 ਨੰਬਰ ਆਰਟੀਕਲ ਕੀ ਕਹਿੰਦਾ ਬੱਚੇ, ਇਹਦੇ 'ਚ ਹੁੰਦੀ ਆ SC ਐਂਡ ST ਦੀ। SC ਐਂਡ ST ਦੀ ਰਿਜ਼ਰਵੇਸ਼ਨ ਹੈਗੀ LS यानी कि लोक सभा ਦੇ ਵਿੱਚ। ਫਿਰ ਆਉਂਦਾ 331 ਨੰਬਰ। 331 ਆਰਟੀਕਲ ਦੇ ਵਿੱਚ ਹੈਗਾ ਐਂਗਲੋ ਇੰਡੀਅਨ, ਜਿਹੜਾ ਹੁਣ ਤਾਂ ਵੈਸੇ ਕਨਸੈਪਟ ਹੀ ਖਤਮ ਹੀ ਹੋ ਗਿਆ, ਐਂਗਲੋ ਇੰਡੀਅਨ। ਤਾਂ ਇਹ ਵੀ ਕਿੱਥੇ ਆ, ਲੋਕ ਸਭਾ। ਤਾਂ ਆਹ ਦੋ ਆਰਟੀਕਲ ਦਾ ਲੋਕ ਸਭਾ ਦੇ ਨਾਲ ਡੀਲ ਕਰਦੇ ਆ, SC ST ਐਂਗਲੋ ਇੰਡੀਅਨਸ ਦੇ ਲਈ। ਫਿਰ ਇਸ ਤੋਂ ਬਾਅਦ 332 ਨੰਬਰ ਆਰਟੀਕਲ ਔਰ 333 ਨੰਬਰ ਆਰਟੀਕਲ। ਜਿਹੜਾ 332 ਆ ਇਹ SC ਐਂਡ ST ਨੂੰ ਆ LA ਦੇ ਵਿੱਚ ਆ, ਯਾਨੀ ਕਿ ਲੈਜਿਸਲੇਟਿਵ ਅਸੈਂਬਲੀ ਭਾਵ ਸਟੇਟਸ ਦੇ ਵਿੱਚ ਰਿਜ਼ਰਵੇਸ਼ਨ। ਔਰ ਇਹਦੇ ਵਿੱਚ ਐਂਗਲੋ ਇਨ ਸਟੇਟਸ ਦੇ ਵਿੱਚ ਹੁੰਦਾ, ਯਾਨੀ ਕਿ ਇਹ ਵੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਹੁੰਦਾ। ਅਤੇ ਇੱਥੇ ਬੱਚੇ ਦੇਖੋ ਕਾਊਂਸਲ ਦੇ ਵਿੱਚ ਸਟੇਟ ਦੇ ਵਿੱਚ ਕੋਈ ਰਿਜ਼ਰਵੇਸ਼ਨ ਨਹੀਂ ਹੁੰਦੀ, ਔਰ ਰਾਜ ਸਭਾ ਸੈਂਟਰ 'ਤੇ ਕੋਈ ਰਿਜ਼ਰਵੇਸ਼ਨ ਨਹੀਂ ਹੁੰਦੀ। ਅਤੇ ਸਾਰਿਆਂ ਤੋਂ ਘੱਟ ਸੀਟਾਂ ਦੀ ਗੱਲ ਕਰੀਏ ਤਾਂ ਸਿੱਕਮ, ਨਾਗਾਲੈਂਡ, ਮਿਜ਼ੋਰਮ ਦੇ ਵਿੱਚ ਸਿਰਫ ਇੱਕ ਸੀਟ ਹੈਗੀ ਆ, ਠੀਕ ਆ। ਤਾਂ ਬੱਚੇ ਇਹ ਸੀਗਾ ਕੁਛ ਕੁ ਆਪਣੇ ਫੈਕਟ ਸੀਗੇ ਜਿਨ੍ਹਾਂ ਨੂੰ ਤੁਸੀਂ ਡਾਇਰੈਕਟਲੀ ਧਿਆਨ ਦੇ ਵਿੱਚ ਰੱਖਣਾ, ਓਕੇ। ਤਾਂ ਬੱਚੇ ਇਹ ਕੁਛ ਕੁ ਫੈਕਟ ਨੇ ਜਿਹੜੇ ਇਹਨੂੰ ਯਾਦ ਰੱਖਿਓ। ਬਾਕੀ ਬੱਚੇ ਹੋਰ ਆਪਾਂ ਗੱਲ ਕਰੀਏ, ਇੱਕ ਟਰਮ ਹੁੰਦੀ ਹੈ ਸਪੀਕਰ ਪ੍ਰੋਟਮ ਜਾਂ ਪ੍ਰੋਟਮ ਸਪੀਕਰ। ਮਤਲਬ ਜੋ ਪੁਰਾਣੀ ਲੋਕ ਸਭਾ ਦਾ ਸਪੀਕਰ ਨਵੀਂ ਲੋਕ ਸਭਾ ਦਾ ਸਪੀਕਰ ਬਣਨ ਤੋਂ ਪਹਿਲਾਂ, ਚੁਣਨ ਤੋਂ ਪਹਿਲਾਂ ਪੋਸਟ ਛੱਡ ਦਿੰਦਾ, ਅਤੇ ਪ੍ਰੈਜ਼ੀਡੈਂਟ ਮੈਂਬਰ ਕਿਸੇ ਨੂੰ ਵੀ ਪ੍ਰੋਟਮ ਸਪੀਕਰ ਬਣਾਉਂਦਾ ਅਤੇ ਉਹਨੂੰ ਸਹੁੰ ਆਪ ਰਾਸ਼ਟਰਪਤੀ ਚੁਕਾ ਦਿੰਦਾ, ਅਤੇ ਸਾਰੀਆਂ ਸ਼ਕਤੀਆਂ ਉਹਦੇ ਕੋਲ ਸਪੀਕਰ ਦੇ ਵਾਂਗ ਹੁੰਦੀਆਂ। ਉਹਦੇ ਕੰਮ ਕੀ ਹੁੰਦਾ, ਮਤਲਬ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਉਣੀ ਹੁੰਦੀ ਹੈ ਔਰ ਨਵੇਂ ਸਪੀਕਰ ਦੀ ਚੋਣ ਕਰਕੇ ਦੇਣਾ। ਜਦੋਂ ਨਵਾਂ ਚੁਣਿਆ ਗਿਆ ਇਸ ਤੋਂ ਬਾਅਦ ਉਹ ਖਤਮ ਹੋ ਜਾਂਦਾ। ਡਨ। ਚਲੋ ਬੱਚੇ ਆ ਵੀ ਆਉਂਦਾ। ਬਾਕੀ ਕੌਂਸਟੀਟਿਊਐਂਟ ਅਸੈਂਬਲੀ ਦਾ ਸਪੀਕਰ ਕੌਣ ਸੀਗਾ ਬੱਚੇ, GB ਮਾਵਲੰਕਰ ਸੀਗੇ, ਜਿਹੜੇ 1946 ਤੋਂ 1956 ਤੱਕ ਜਿਹੜੇ ਇਹ ਰਹੇ ਨੇ। ਬਾਕੀ ਬੱਚੇ ਬ੍ਰਿਟੇਨ ਦੀ ਗੱਲ ਕਰੀਏ, ਉੱਥੇ ਮਤਲਬ ਕਿ ਉਹ ਕਿਸੇ ਵੀ ਪਾਰਟੀ ਦਾ ਨਹੀਂ ਹੁੰਦਾ, ਨਿਊਟਰਲ ਰਹਿਣਾ ਚਾਹੀਦਾ। ਜਦੋਂ ਉਹਨੇ ਕਿਸੇ ਪਾਰਟੀ ਨੂੰ ਜੁਆਇਨ ਕਰ ਲਿਆ ਤਾਂ ਫਿਰ ਸਪੀਕਰ ਦੀ ਪੋਸਟ ਛੱਡਣੀ ਪਊ, ਜਾਂ ਜਦੋਂ ਸਪੀਕਰ ਅਪੋਇੰਟ ਹੋ ਗਿਆ ਦੈਨ ਫਿਰ ਉਹ ਨਿਊਟਰਲ ਹੋ ਕੇ ਕੰਮ ਕਰੇ ਤਾਂ ਆਪਦੀ ਫਿਰ ਇੱਧਰੋਂ ਜਿਹੜੀ ਪਾਰਟੀ ਹੁੰਦੀ ਆ ਉਹਨੂੰ ਛੱਡ ਦਿੱਤਾ ਜਾਂਦਾ ਉਹਦੇ ਦੁਆਰਾ। ਤਾਂ ਬੱਚੇ ਇਹ ਤੁਹਾਨੂੰ ਆਈ ਥਿੰਕ ਕਲੀਅਰ ਆ। ਹੁਣ ਆਪਾਂ ਗੱਲ ਕਰੀਏ ਜੇ ਸਪੀਕਰ ਦੀ, ਤਾਂ ਸਪੀਕਰ ਦੇ ਬਾਰੇ ਕੁਛ ਫੈਕਟ ਨੇ ਜਿਹੜੇ ਹੋਰ ਕਰ ਲੈਂਦੇ ਆ ਨਾਲ ਹੀ, ਠੀਕ ਆ। ਸਪੀਕਰ ਐਂਡ ਡਿਪਟੀ ਸਪੀਕਰ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਚੇਅਰਮੈਨ ਹੁੰਦਾ ਬੱਚੇ। ਇਹਦੇ ਬਾਰੇ ਤੁਸੀਂ ਕਨਫਿਊਜ਼ ਨਹੀਂ ਹੋਣਾ। ਡਿਪਟੀ ਸਪੀਕਰ ਮਤਲਬ ਪਹਿਲਾਂ ਤਾਂ ਵਿਰੋਧੀ ਪਾਰਟੀ ਦਾ ਹੀ ਬਣਦਾ ਸੀ, 5 ਸਾਲ ਦੀ ਟਰਮ ਹੁੰਦੀ ਆ ਉਹਦੀ ਵੀ। ਤਾਂ ਆਰਟੀਕਲ ਕਿੰਨੇ ਦੇ ਵਿੱਚ ਆਪਣਾ ਸਪੀਕਰ, ਆਰਟੀਕਲ ਹੈਗਾ 93 ਦੇ ਵਿੱਚ। ਡਨ। ਆਰਟੀਕਲ 93 ਬਿਲਕੁਲ ਕਲੀਅਰ ਹੋ ਗਿਆ। ਤਾਂ ਹੁਣ ਸਪੀਕਰ ਆਪਣੇ ਓਮ ਬਿਰਲਾ ਨੇ। 2019 ਦੀ ਜਿਹੜੀ ਆਪਣੀ ਲੋਕ ਸਭਾ ਚੱਲ ਰਹੀ ਆ ਤਾਂ ਉਹਦੇ ਵਿੱਚ ਨੇ ਇਹ। ਬਾਕੀ ਇਹਦਾ ਇਤਿਹਾਸ ਆ ਬੱਚੇ, ਮੌਂਟਗਿਊ ਚੇਮਸਫੋਰਡ ਰਿਫਾਰਮ ਦੇ ਨਾਲ ਹੀ ਆ ਗਿਆ ਸੀਗਾ। ਅਤੇ ਜਿਹੜੇ ਓਮ ਬਿਰਲਾ ਨੇ ਹੁਣ ਕਰੰਟਲੀ, ਓਮ ਬਿਰਲਾ, ਇਹਨਾਂ ਦੀ ਕੌਂਸਟੀਟੂਐਂਸੀ ਕਿੱਥੇ ਆ, ਇਹ ਹੈਗੇ ਨੇ ਕੋਟਾ ਤੋਂ। ਕੋਟਾ ਕਿੱਥੇ ਆ, ਰਾਜਸਥਾਨ। ਤਾਂ ਇੱਥੋਂ ਇਹ ਵਾਲੇ ਆਏ ਹੋਏ ਨੇ। ਤਾਂ ਇਹ ਮੈਂਬਰ ਆਫ ਲੋਕ ਸਭਾ ਹੁੰਦਾ। ਯੈਸ। ਰਿਜ਼ਾਈਨ ਕਿਹਨੂੰ ਦੇਣਗੇ, ਦੇਖੋ ਬੱਚੇ ਜੇ ਡਿਪਟੀ ਸਪੀਕਰ ਆ ਤਾਂ ਉਹ ਸਪੀਕਰ ਨੂੰ ਦਊਗਾ, ਜੇ ਸਪੀਕਰ ਆ ਉਹ ਡਿਪਟੀ ਸਪੀਕਰ ਨੂੰ ਦਊਗਾ। ਪਰ 14 ਦਿਨ ਪਹਿਲਾਂ ਇਹਦੇ 'ਚ ਇਹਨਾਂ ਨੇ ਦੱਸਣਾ ਹੁੰਦਾ ਗਾ, ਠੀਕ ਆ। ਬਾਕੀ ਓਥ ਆ, ਮਤਲਬ ਕਿ ਕੋਈ ਓਥ ਤਾਂ ਹੈ ਨਹੀਂ, ਪਰ MP ਹੋਣ ਕਰਕੇ ਸਹੁੰ ਲੈਂਦੇ। ਸਪੀਕਰ ਦੀ ਕੋਈ ਸਹੁੰ ਨਹੀਂ ਹੁੰਦੀ, ਅਤੇ ਜਿਹੜੀ ਇਹ ਸਹੁੰ ਲੈਂਦੇ ਆ ਉਹ MP ਹੋਣ ਕਰਕੇ ਲੈਂਦੇ ਆ, ਸਪੀਕਰ ਅਤੇ ਡਿਪਟੀ ਦੇ ਵਜੋਂ ਨਹੀਂ ਲੈਂਦੇ ਸਹੁੰ, ਠੀਕ ਆ। ਤਾਂ ਸੈਲਰੀ ਇਹਨਾਂ ਦੀ ਵੀ ਕੰਸੋਲੀਡੇਟਡ ਫੰਡ 'ਚੋਂ ਜਾਂਦੀ ਆ। ਸਪੀਕਰ ਦੀ 4 ਲੱਖ ਆ, ਡਿਪਟੀ ਦੀ ਬਾਕੀ ਮੈਂਬਰਾਂ ਦੇ ਵਾਂਗ ਸੇਮ ਹੀ ਹੁੰਦੀ ਆ। ਬਾਕੀ ਜੇ ਗੱਲ ਕਰੀਏ ਵੀ ਦੁਬਾਰਾ ਇੱਕ ਵਾਰੀ ਬਣ ਗਿਆ ਦੁਬਾਰਾ ਬਣ ਸਕਦਾ, ਯੈਸ। ਇਲੈਕਸ਼ਨ ਇਹਦੀ ਇਨਡਾਇਰੈਕਟ ਹੁੰਦੀ ਆ, ਕਿਉਂਕਿ ਆਪਾਂ ਤਾਂ MP ਚੁਣ ਕੇ ਤੋਰਦੇ ਹਾਂ। MP ਆਪਣੇ ਵਿੱਚੋਂ ਸਪੀਕਰ ਦੀ ਚੋਣ ਕਰਦੇ ਆ। ਰੀਇਲੈਕਟ ਹੋ ਸਕਦਾ। ਟਨਿਓਰ ਇਹਨਾਂ ਦਾ 5 ਸਾਲ ਹੁੰਦਾ, ਔਰ ਮਿਨੀਮਮ ਏਜ ਉਹੀ ਲੋਕ ਸਭਾ ਵਾਲੀ ਲੱਗਣੀ ਆ, ਕਿਉਂਕਿ ਉਹਦੇ 'ਚ MP ਤਾਂ ਹੋਣਾ ਜ਼ਰੂਰੀ ਆ ਨਾ। ਤਾਂ ਘੱਟੋ ਘੱਟ ਉਮਰ 25 ਸਾਲ ਹੋਣੀ ਚਾਹੀਦੀ ਆ। ਮੈਕਸੀਮਮ ਆਪਣੇ ਕੌਂਸਟੀਟਿਊਸ਼ਨ ਨੇ ਕੋਈ ਲਿਮਟ ਇਹਦੇ 'ਚ ਨਹੀਂ ਰੱਖੀ ਹੋਈ, ਓਕੇ।
चलो बाकी बच्चे एक ਇਹਦੇ 'ਚ ਹੈਗਾ ਆਰਟੀਕਲ 100 ਉਹ ਕਿਹਦੇ ਨਾਲ ਆ ਰਾਜ ਸਭਾ ਐਂਡ ਲੋਕ ਸਭਾ ਦੋਨਾਂ ਨਾਲ ਰਿਲੇਟ ਕਰਦਾ ਯਾਨੀ ਕਿ ਕੋਰਮ ਦੇ ਬਾਰੇ ਆ ਕੋਰਮ ਕੀ ਹੁੰਦਾ ਮਤਲਬ ਕਿ ਸੈਸ਼ਨ ਸ਼ੁਰੂ ਕਰਨ ਦੇ ਲਈ ਜਿੰਨਾ ਘੱਟੋ ਘੱਟ ਚਾਹੀਦਾ ਹੁੰਦਾ ਤਾਂ ਕਿੰਨਾ ਚਾਹੀਦਾ ਹੁੰਦਾ ਇਹਦੇ 'ਚ ਆਪਣੇ ਕੋਰਮ ਕਿੰਨਾ ਚਾਹੀਦਾ ਹੁੰਦਾ 1/10 ਯਾਨੀ ਕਿ 10ਵਾਂ ਹਿੱਸਾ ਸ਼ੁਰੂ ਕਰਨ ਦੇ ਲਈ ਚਾਹੀਦਾ ਹੁੰਦਾ ਤੇ ਆਰਡੀਨਰੀ ਵੋਟ ਕੀ ਹੁੰਦੀ ਆ ਓਨਲੀ ਮੈਂਬਰ ਆਫ ਹਾਊਸ ठीक है और कास्ट वोट की होंगी मतलब जोड़ा भी मैंबर हाउस होंगे उन्होंने ऑर्डीनरी वोट होंगी है तो कास्ट वोट होंगी है वो कि होंगी है जी कि हाउस का हैड पाँगा भी जे टाई हो जाए तो उन्होंने कास्ट वोट कहते हैं ऑर्डीनरी वोट सारिਆਂ ਦੀ कास्ट वोट होंगी है जो टाई हो जाए तो फिर जोड़ा उन्होंने हैड कर रहा होंगे वो आपकी वोट दे के फैसला पार लाता तो उन्होंने कहा जाता कास्टिंग वोट डन। बाकी बचे डिसकुआलीफिकेशन का थोड़ा ये पता ही ने बाकी डिसकुआलीफिकेशन आर्टिकल 102 ਦੇ ਵਿੱਚ ਆਉਂਦੀਆਂ ਨੇ तो रिमूवल है जोड़ा 103 नंबर आर्टिकल के हैगा गा। बाकी प्रोटम स्पीकर की गल करिए बच्चे ये बारे मैं थोड़ा दस चुकिया एंटी डिफेक्शन लॉ एक एंटी डिफेक्शन लॉ ये बारे भी बच्चे ध्यान च रखियो तुसी क्योंकि किसी ना किसी ते ये बड़ा लग्या ही रहिंदा सो ये न्यूज़ दे विच आ जांदा। एंटी डिफेक्शन लॉ कदों जोड़िया गया सी 52ਵੀਂ सोध की गई सी 1985 ਦੇ ਵਿੱਚ ਉਦੋਂ सरकार किहदी सी राजीव गांधी की गवर्नमेंट सी मतलब PMC और शेड्यूल किहड़े दे विच शामिल किया गया 10वें शेड्यूल दे विच शामिल किया गया। जे 10वें की गल करिए तो इत्थे आपां 7वें की भी कर लैंदे 7वें शेड्यूल दे विच की ने लिस्टां ने किन्नियां 3 केंद्र ते राज ते कॉन्करेंट। जे 8वें शेड्यूल की गल करिए ये अपने की ने लैंगुएजिस ने भाषा ने। 5वां ते 6वें की गल करिए ये अपने शेड्यूल एरिया शेड्यूल ट्राइब बारे उन्हां दे नाल रिलेटेड। और जे आपां गल करिए फस्ट शेड्यूल की तो बच्चे तुसीं दसना उन्हां दे विचों एक शेड्यूल दे विच स्टेट्स की डेफिनेशन वगैरह आ गई। चलो वो बारे तो मैं तुहानूं अगली वीडियो के बच्चे करवाई दूँगा ठीक है। मतलब कि जे 2/3 हिस्सा बंदे पार्टी छड्ड के जाते हैं बच्चे तो जा सकते हैं ठीक है। ये तो बाद आप राज्य सभा की गल कर लैंदे राज्य सभा नूं उपरला हाउस कहते हैं। ये क्वालीफिकेशन की है ये उम्र 30 साल होनी चाहिए है वो आप देखा जी 25 साल ये कितनी होनी चाहिए है 30 साल मतलब प्रॉफिट ऑफ ऑफिस ये भी होना चाहिए तो प्रॉफिट ऑफ ऑफिस तो नहीं होना चाहिए भारत का नागरिक होना चाहिए। इत्थे थोड़ा जिहा फर्क आ ये कार्यकाल उहदा 5 साल सी इत्थे कार्यकाल 6 साल आ मतलब कि 1 साल उहदे नालों वध आ। और ये बच्चे 1/3 मैंबर तो रिटायर होंदे ही रहिंदे आ ये तो तुहानूं सब नूं पता हो हर 2 साल के पिछे हर साल 2 बाद इत्थे 1/3 मैंबर जानी कि तीजा हिस्सा मैंबरां दा रिटायर हो जाता 2/3 स्टिल बने रहिंदे उमीं एज इट। तो हुण जे आपां राज्य सभा की गल करिए तो राज्य सभा दे विच मैक्सीमम सीट्स कितनियां होंदियां ने ये मैक्सीमम सीट्स 250 होंदियां ने 238 स्टेट्स के विचों आउंदे आ ते 12 ने जिहड़े ये मनोनीत या फिर नोमीनेट किए जाते हैं राष्ट्रपति द्वारा किसी भी फील्ड के विचों हो सकते हैं। बाकी जिहड़े स्टेट्स जो बच्चे आउंदे आ ये इनडायरैक्टली तरीके दे नाल ये वाले ने जिहड़े आउंदे आ ठीक है। तो ये सीगा बच्चे जिहड़ा फैक्ट तुसीं ध्यान च रखना सी। और गगन बच्चे ने कमेंट किया सर अज इकोनॉमी की क्लास नहीं आई तो बच्चे देखो हुणे हुणे उन्हों का टैलीग्राम पर आया मैसेज तो बच्चे देखो लाइट ही हुण आई है सो लाइट आउण तो बाद आ तुहाडा मैं पहला लैक्चर ही रिकॉर्ड कर रहा बच्चे क्लासां तो अज जे लाइट रहिंदी दैन आपां प्रॉपर पा देनियां सी बट फिर PC ऑन नहीं हुंदा सिस्टम काफ़ी चलाउणा पैंदा। राज्य सभा की इलैक्शन इनडायरैक्ट तरीके नाल हुंदी आ और जिहड़ी लोक सभा की उहदी डायरैक्टली हुंदी आ इहनूं तुसीं ध्यान दे विच रखना डन। बाकी बच्चे ये भी यूपी के 31 सीटां ने राज्य सभा के पंजाब के 7 सीटां ने ठीक है। जे गल करिए बच्चे आसाम के 7 सीटां ने नहीं जिन्नियां नॉर्थ ईस्टर्न स्टेट्स ने बाकी सारियां दे विचों एक फैक्ट ही बस मान लो भी जिन्नियां नदन ईस्टर्न स्टेट्स ने इंडिया दियां उन्हां दे विच कल्ले आसाम नूं छड्ड के बाकी सारियां दे विच मेघालय मणिपुर मिजोरम त्रिपुरा नागालैंड अरुणाचल प्रदेश सिक्किम गोवा इन्हां दे विच सारियां दे विच गोवा तो वैसे मैं सैपरेटली दस्सिया बस इन्हां कहते भी नॉर्दन ईस्टर्न स्टेट के विच आउंदा हूँ तुहानूं दस्सिया भी ये भी एक सीट आ इन्हां सारियां दे विच एक सीट आ ते इधरों कल्ले आसाम दे विच 7 सीटां ने। बाकी हुण आपां गल करिए जे चेयरमैन की राज्य सभा के तुहानूं पता भी कौन हुंदा चेयरमैन हुंदा ते चेयरमैन का आर्टिकल किन्ना गा 89 तो यही कौन हुंदा अपने चेयरमैन वाइस प्रेजिडेंट जानी कि हुण अपने वाइस प्रेजिडेंट कौन ने बच्चे कमेंट करके जरूर दस्सिओ। तो फस्ट मैं तुहानूं दस देना फस्ट सीगे S राधा कृष्णन
ठीक है। तो हुण प्रेजेंट कौन ने तुसीं कमेंट करके जरूर दस्सिओ। बाकी बच्चे इनू मैंबर ऑफ राज्य सभा तो होना चाहिए नो, मतलब मैंबर ऑफ राज्य सभा होना चाहिए नो। तो ओथ इन्हों प्रेजिडेंट द्वारा खवाई जाती है, रिजाइन भी ये प्रेजिडेंट नूं दिंदे आ। तो एक जिहड़ा चेयरमैन आ इन्हां दा कार्यकाल 5 साल आ, ठीक है। इलैक्शन की गल करिए बच्चे इंडायरैक्ट होंदी है, टोटल MP एंड ऑफ लोक सभा एंड राज्य सभा हिस्सा लेंदे आ। ते री इलैक्शन इन्हां दी हो सकती है यस, सैलरी कंसोलीडेटेड फंड चों जांदी आ, एज पूरे 35 साल होने चाहिए, मैक्सीमम दे विच कोई लिमिट है नहीं। बाकी जिहड़ा डिप्टी चेयरमैन आ वो भी आर्टिकल 99 दे विच ही आ, ते मैंबर ऑफ राज्य सभा वो होना चाहिए। वो च बच्चे कौन सीगा अपना फस्ट डिप्टी चेयरमैन कौन सीगा राज्य सभा का, वो सीगा कृष्ण मूर्ति राव। तो हुण कौन आ वो तुसीं कमेंट करके दसना। दे जिहड़े बच्चे मैं तुहानूं क्वेश्चन कीते जांदे आ भी तुसीं दसने आ तां प्लीज़ उन्हां नूं तुसीं ट्राई करिया करो बच्चे, ठीक है। बाकी डिप्टी चेयरमैन लिए बच्चे टनौर 6 साल आ ते चेयरमैन दे लई 5 साल आ। इनू तुसीं कन्फ्यूज़ नहीं होना, दोनों दे विच कोई इहो जी बखरी जी स्टेटमेंट दे के तुहानूं फसा लैंदे आ। तो टनौर दे विच दोनों दे विच चेयरमैन दा 5 साल ही आ, उहदा 6 साल आ, और मिनीमम एज 30 साल आ ते इधर 35 साल आ। तो दोनों गल्लां दे विच बच्चे फर्क हैगा ना। इस तो बाद बच्चे देखो जिहड़ा चौथा शेड्यूल आ राज्य सभा जदों भी पढ़ो तो चौथा शेड्यूल उहदे नाल जोड़ के ही तुसीं पढ़ना, ठीक है। जदों तुसीं ये कदे भी पढ़ो तो जिहड़ा 4th अनुसूची आ उहनूं तुसीं हमेशा राज्य सभा दे नाल रिलेट करके पढ़ना। इहदे विच की आ एलोकेशन ऑफ सीट्स, मतलब कि राज्य सभा दीयां जिहड़ियां सीट्स ने उन्हां नूं वंडिया जांदा, ठीक है। राज्य सभा दीयां सीटां दे विचों वंड कर दित्ती जांदी आ, ओके। बाकी बच्चे जे लोक सभा देखियो ज़्यादा पावरफुल होंदी है राज्य सभा के मुकाबले, किवें क्योंकि मनी बिल होंदा, ज्वाइंट सैशन इत्थे होंदा, बजट ते मेजोरिटी, ये सारियां चीज़ां के मामले दे विच लोक सभा की जिहड़ी ओह मजबूत होंदी आ। मनी बिल किन्ने दे विच आर्टिकल 110 दे विच, ज्वाइंट सैशन आर्टिकल 108 दे विच, और बजट आ जिहड़ा बजट शब्द अपने संविधान दे विच किते भी यूज़ नहीं हैगा, बट पढ़ाउण वाला और पढ़न वाला हरेक बच्चे बजट आपां शब्द यूज़ करते हैं, बट इहदी जगह ते एनुअल फाइनैंशियल स्टेटमेंट हुंदा, इहनूं भी तुसीं याद रखना क्योंकि बजट दी तुहानूं आ सकदा भी इन्हां दे विचों किहड़ी टर्म आ जिहड़ी आर्टिकल 112 दे विच दस्सी गई आ। तां बच्चे की करदे आ, बजट याद हुंदा दैन बजट ही टिक कर दिंदे आ। क्लीयर आ। बाकी बच्चे देखो हुण आपां गल करिए, एक हुंदा अपने कोल ऑर्डीनरी बिल, जिहड़ा ऑर्डीनरी बिल हुंदा ये आर्टिकल किन्ने दे विच आ 107 दे विच आ। इस तो बाद एक हुंदा मनी बिल, ये आर्टिकल 110 दे विच हुंदा, ते जे स्टेट दा गल करिए स्टेट दा हुंदा है 199 दे विच, ठीक आ। ते जे आपां गल करिए फाइनांस दी, फाइनांस बिल 117 दे विच आ। जे कॉन्स्टिट्यूशनल अमेंडमेंट की गल करिए वो आर्टिकल 368 दे विच हुंदा। डन। फंड अपने किन्ने फंड होंगे 3 तरह के, मनी बिल दे विच ही आ जांदे फंड, डेट टैक्स। तो फंड कंसोलीडेटेड कॉन्टीजेंसी पब्लिक अकाउंट, यदा मैं बच्चे तुहानूं कितने बार करवाता। कंसोलीडेटेड फंड 266 च, कॉन्टीजेंसी 267 दे विच, मतलब घट्टो घट्ट 500 करोड़ रुपया कुदरती आफत के लिए सरकार रखती आ रिलीफ के लिए। पब्लिक अकाउंट फंड 266 दे 1 दे विच, ठीक आ। तो ऑर्डीनरी बिल 107 दे विच इंट्रोड्यूस किसी मतलब कि किसी भी हाउस दे विच कीता जा सकदा विदाउट रिकमेंडेशन ऑफ प्रेजिडेंट, मतलब बोथ हाउस इक्वल पावर होंदियां इहदे च, किहदे लई ऑर्डीनरी बिल दे लई। 5 स्टेज दे विचों लंघदा है बच्चे। बाकी जिहड़ा ज्वाइंट सैशन होया हजे तक 3 बार होया, डॉरी प्रोटैक्शन एक्ट 1961 दे विच दहेज रोकण दे लई होया सी, बैंकिंग कमीशन एक्ट 1978 दे विच आया सी, और पोटा जानी कि प्रिवेंशन एंड ऑफ टैररिज्म एक्ट 2002 ते 5 दे विच खत्म हो गया सी अतवादियों के खिलाफ, ठीक है। राजीव गांधी की सरकार सी ते उदों ये वाला सिस्टम सीगा जिहड़ा खत्म कर दिता गया सी। क्लीयर। बच्चों हुण बच्चे गल आ जाती भी राज्य सभा जी राज्य सभा किमें स्ट्रोंग होंदी आ, तो राज्य सभा किमें स्ट्रोंग होंदी आ लोक सभा के मुकाबले। देखो एक दा आर्टिकल आ 312, सब सिविल की तैयारी करते हो तो कोई भी ऑल इंडिया सर्विस बनाई जाती है वो संसद बनाती है, थोड़ा सबनों पता हो। तो वो राज्य सभा दी रिकमेंडेशन होंदियां ने, जिमें कि IAS आ, IPS आ, IFOS आ। तो IAS किहड़ी मिनिस्ट्री के अधीन आ, परसोनल मिनिस्ट्री के अधीन आ, IPS होम मिनिस्ट्री के अधीन आ, तो जी IFOS आ और IFOS आ ना वो 1966 के आप बाद ऐड की सी। तो आर्टिकल 249 मेकिंग ऑफ लॉ बाय पार्लीमेंट ऑन मैटर ऑफ एनी स्टेट लिस्ट रिकमेंडेशन ऑफ राज्य सभा, यानी कि शेड्यूल 7 ये मामले के भी राज्य सभा जी थोड़ी जी स्ट्रोंग होंदी है, किहदे मुकाबले राज्य सभा के मुकाबले।
ਤਾਂ ਬੱਚੇ ਇਹ ਸੀਗੇ ਕੁਝ ਕੁ ਫੈਕਟ। ਤੇ ਵੀਡੀਓ ਤਕਰੀਬਨ ਆਈ ਥਿੰਕ ਹੁਣ 30-35 ਮਿੰਟ ਦੀ ਤਾਂ ਹੋ ਹੀ ਗਈ ਹੋਣੀ ਆ ਬੱਚੇ। ਤਾਂ ਇਹ ਅਗਰ ਤੁਹਾਨੂੰ ਵੀਡੀਓ ਬੱਚੇ ਚੰਗੀ ਲੱਗੀ, ਤੁਹਾਨੂੰ ਪੋਲਿਟੀ ਔਰ ਹਿਸਟਰੀ ਦੇ ਵਿੱਚੋਂ ਔਰ ਜੀਓਗ੍ਰਾਫੀ ਦੇ ਵਿੱਚੋਂ ਇੰਪੋਰਟੈਂਟ ਫੈਕਟ ਜਿੰਨੇ ਕੁ ਹੋ ਸਕੇ ਮੈਂ ਕਵਰ ਕਰਵਾਉਣ ਦੀ ਕੋਸ਼ਿਸ਼ ਕੀਤੀ ਆ। ਇਹਦੇ 'ਚ ਆਪਾਂ ਲਾਈਨਸ ਦੇ ਬਾਰੇ ਗੱਲ ਕੀਤੀ ਆ, ਔਰ ਹਿਸਟਰੀ ਦੇ ਵਿੱਚੋਂ ਇੱਕ ਆਪਾਂ ਟਾਈਮਲਾਈਨ ਪੀਰੀਅਡ ਆ ਜਿਹੜਾ ਇੰਪੋਰਟੈਂਟ ਉਹਦੇ ਬਾਰੇ ਗੱਲ ਕੀਤੀ ਆ। ਤੁਹਾਨੂੰ ਕੁਛ ਫੈਕਟ ਕਲੀਅਰ ਕਰਵਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਕੁਛ ਕੁ ਯੁੱਧਾਂ ਦੇ ਬਾਰੇ ਆਪਾਂ ਗੱਲ ਕੀਤੀ ਆ, ਬੈਟਲਸ ਨੇ ਜਿਹੜੀਆਂ। ਇਸ ਤੋਂ ਬਾਅਦ ਆਪਾਂ ਪੋਲਿਟੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ। ਤਾਂ ਬੱਚੇ ਇਸ ਤੋਂ ਬਾਅਦ ਆਪਾਂ ਇਕੋਨਮੀ ਔਰ ਇਨਵਾਇਰਨਮੈਂਟ ਤੇ ਪਲੱਸ ਕਰੰਟ, ਤਾਂ ਉਹਦੀ ਵੀਡੀਓ ਜਿਹੜੀ ਵੀ ਆਪਾਂ ਬਣਾਵਾਂਗੇ ਤਾਂ ਉਹਦੇ ਵਿੱਚ ਤੁਹਾਨੂੰ ਕਵਰ ਕਰਵਾਇਆ ਜਾਊਗਾ ਉਹ ਵਾਲਾ ਟੌਪਿਕ, ਠੀਕ ਆ। ਤਾਂ ਜਿਹੜਿਆਂ ਨੇ ਵੀਡੀਓ ਲਾਈਕ ਨਹੀਂ ਕੀਤੀ ਬੱਚੇ, ਅਗਰ ਪਸੰਦ ਆਈ ਹੈ ਦੈਨ ਚੱਲਦੇ ਦੌਰਾਨ ਵੀਡੀਓ ਨੂੰ ਲਾਈਕ ਕਰੋ, ਔਰ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਜਿਹੜੇ ਬੱਚੇ ਨੇ ਹਜੇ ਤੱਕ ਟੈਲੀਗ੍ਰਾਮ ਜੁਆਇਨ ਨਹੀਂ ਕੀਤਾ ਬੱਚੇ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਜਾਊਗਾ ਨੀਚੇ। ਤਾਂ ਦੈਨ ਹਰ ਵੀਡੀਓ ਦੇ ਵਿੱਚ ਤੁਸੀਂ ਡਿਸਕ੍ਰਿਪਸ਼ਨ ਦੇਖੋਗੇ ਤਾਂ ਉਹਦੇ 'ਚ ਤੁਹਾਨੂੰ ਫਸਟ ਸੈਕਿੰਡ ਲਾਈਨ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਮਿਲੂਗਾ। ਇੱਥੇ ਵੀ ਸ਼ੋਅ ਆ, ਤਾਂ ਤੁਸੀਂ ਇੱਥੋਂ ਵੀ ਦੇਖ ਸਕਦੇ ਹੋ, ਤਾਂ ਉੱਥੇ ਵੀ ਤੁਹਾਨੂੰ ਹੋਊਗਾ। ਤਾਂ ਉਹਦੇ 'ਚ ਬੱਚੇ ਤੁਸੀਂ ਜ਼ਰੂਰ ਜੁਆਇਨ ਕਰਨਾ ਇਹਨੂੰ। ਇੱਥੇ PDF ਔਰ MCQ ਵਗੈਰਾ ਕਾफ़ੀ ਸ਼ੇਅਰ ਕੀਤੇ ਜਾਂਦੇ ਆ। ਜਿਹੜੇ ਚੈਨਲ ਦੇ ਉੱਤੇ ਪੋਲ ਜਾਂ ਕੁਇਜ਼ ਜਾਂ ਫਿਰ ਤੁਹਾਡੇ ਲਈ ਸ਼ਾਰਟ ਵਗੈਰਾ ਪਾਏ ਜਾਂਦੇ ਆ ਬੱਚੇ, ਉਹਨਾਂ 'ਤੇ ਰਿਸਪੌਂਸ ਕਰਿਆ ਕਰੋ, ਤਾਂ ਜੋ ਤੁਹਾਡੀ ਨੌਲੇਜ ਤੁਹਾਨੂੰ ਖੁਦ ਨੂੰ ਚੈੱਕ ਹੋਣੀ ਚਾਹੀਦੀ ਹੈ ਵੀ ਤੁਸੀਂ ਕਿੱਥੇ ਸਟੈਂਡ ਕਰਦੇ ਹੋ। ਤਿਆਰੀ ਤੁਸੀਂ PPSC ਲੈਵਲ ਸਟੇਟ ਐਗਜ਼ਾਮ ਦੀ ਕਰ ਰਹੇ ਹੋ, ਦੈਨ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਤੁਸੀਂ ਕਿੱਥੇ ਸਟੈਂਡ ਕਰ ਰਹੇ ਹੋ। ਆਪਣੇ ਝੂਠੇ ਖਾਬ ਨਹੀਂ ਪਾਲੀ ਦੇ ਬੱਚੇ, ਤਿਆਰੀ ਸਭ ਦੀ ਜ਼ੋਰ ਸ਼ੋਰ ਨਾਲ ਰੱਖੋ, ਤੁਸੀਂ ਤਿਆਰੀ ਕਰੋ, ਤੁਹਾਡੀ ਤਿਆਰੀ ਚੰਗੀ ਆ, ਤੁਹਾਨੂੰ ਕੋਈ ਵੀ ਐਗਜ਼ਾਮ 'ਚ ਕਲੀਅਰ ਕਰਨ ਤੋਂ ਨਹੀਂ ਰੋਕ ਸਕਦਾ। ਪਰ ਤੁਸੀਂ ਟਰਾਈ ਕਰਿਆ ਕਰੋ, ਆਪਣੇ ਆਪ ਨੂੰ ਟੈਸਟ ਕਰਨਾ ਜ਼ਰੂਰੀ ਹੁੰਦਾ, ਤਾਂ ਜੋ ਐਗਜ਼ਾਮ ਦੇ ਵਿੱਚ ਜਾ ਕੇ ਇਹ ਨਾ ਹੋਵੇ ਵੀ ਮੂੰਹ ਤੋਂ ਮੱਖੀ ਨਾ ਉੱਡੇ। ਤਾਂ ਤੁਹਾਨੂੰ ਜਿਹੜੇ ਵੀ ਟੈਸਟ ਦਿੱਤੇ ਜਾਂਦੇ ਆ, ਜਿਹੜਾ ਕੁਐਸਚਨ ਕੀਤਾ ਜਾਂਦਾ ਉਹਨੂੰ ਟਰਾਈ ਜ਼ਰੂਰ ਕਰਿਆ ਕਰੋ ਕਿ ਆਨਸਰ ਕਰੋ ਤੁਸੀਂ ਵਿਦ ਫੈਕਟ, ਬਾਕੀਆਂ ਨੂੰ ਵੀ ਪਤਾ ਲੱਗੇ ਕਿ ਬੱਚੇ ਨੂੰ ਵਾਕਈ ਕੁਛ ਆਉਂਦਾ। ਜਿਵੇਂ ਕਿ ਅੱਜ ਸੁਨੀਤਾ ਚੌਹਾਨ ਉਹਨਾਂ ਨੇ ਕਮੈਂਟ ਕੀਤਾ ਸੀ ਪੋਸਟ 'ਤੇ ਕਿ ਸਰ ਤੁਹਾਡੀ ਵਜ੍ਹਾ ਦੇ ਕਰਕੇ ਅੱਜ ਮੈਂ ਜੋ ਆਨਸਰ ਕੀਤੇ ਨੇ ਅਤੇ ਉਹ ਮੈਂ ਬਿਨਾਂ ਦੇਖੇ ਕੀਤੇ ਆ, ਇੰਨਾ ਕੁ ਮੈਨੂੰ ਯਾਦ ਹੋ ਚੁੱਕਿਆ। ਤਾਂ ਉਹ ਉਹਨਾਂ ਨੇ ਬਹੁਤ ਵਧੀਆ ਆਨਸਰ ਕੀਤੇ ਆ ਬੱਚੇ, ਥੈਂਕ ਯੂ। ਔਰ ਐਵੇਂ ਤੁਸੀਂ ਪੜ੍ਹੋ, ਪਰਮਾਤਮਾ ਤੁਹਾਨੂੰ ਤਰੱਕੀ ਦੇਵੇ। ਵੀਡੀਓ ਦੇਖਣ ਦੇ ਲਈ ਸਭ ਦਾ ਥੈਂਕ ਯੂ ਬੱਚੇ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।